दे शिवा पर मोहे है, शुभ कर्म ते कभू न डरूं, न डरूं और सो जब जाए लड़ूं, निश्चय कर अपनी जीत करूं। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਸੰਗਤ ਟੈਲੀਵਿਜ਼ਨ ਦਾ ਹਰਮਨ ਪਿਆਰਾ ਪ੍ਰੋਗਰਾਮ ਖਾਲਸਾ ਰਾਜ ਕਿਵੇਂ ਬਣਿਆ। ਹੁਣ ਤੱਕ ਇਸ ਪ੍ਰੋਗਰਾਮ ਦੇ 482 ਭਾਗ ਅਸੀਂ ਆਪ ਜੀ ਦੀ ਸੇਵਾ ਵਿੱਚ ਪੇਸ਼ ਕਰ ਚੁੱਕੇ ਹਾਂ ਤੇ ਅੱਜ ਇੱਕ ਨਵਾਂ ਐਪੀਸੋਡ 483 ਨੰਬਰ ਲੈ ਕੇ ਫਿਰ ਤੋਂ ਹਾਜ਼ਰ ਹੋਏ ਹਾਂ। ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਹੜੇ ਵੀ ਇਸ ਲੜੀਵਾਰ ਪ੍ਰੋਗਰਾਮ ਨੂੰ ਦੇਖਦੇ ਤੇ ਪਸੰਦ ਕਰਦੇ ਨੇ। ਖਾਸ ਕਰਕੇ ਧੰਨਵਾਦ ਕਰਦੀ ਹਾਂ ਸਤਿਕਾਰਯੋਗ ਵੀਰ ਜੀ ਰਣਜੀਤ ਸਿੰਘ ਰਾਣਾ ਜੀ ਦਾ, ਜਿਹੜੇ ਕਿ ਇਸ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਸਾਡੇ ਸਵਾਲ ਹੁੰਦੇ ਹਨ, ਵੀਰ ਜੀ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਰੇ ਸਵਾਲਾਂ ਦੇ ਜਵਾਬ ਗੁਰ ਇਤਿਹਾਸ, ਗੁਰਬਾਣੀ ਤੇ ਗੁਰ ਫਲਸਫੇ ਦੇ ਆਧਾਰ ਤੇ ਹੀ ਦਿੱਤੇ ਜਾਣ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗੁਰੂ ਫਤਿਹ ਸਾਂਝੀ ਕਰਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇਕਰ ਤੁਸੀਂ ਇਹ ਪ੍ਰੋਗਰਾਮ ਨੂੰ ਦੇਖਦੇ ਕਈ ਵਾਰ ਮਿਸ ਹੋ ਜਾਂਦਾ, ਨਹੀਂ ਦੇਖ ਸਕਦੇ, ਪਰ ਤੁਸੀਂ YouTube ਤੇ ਜਾ ਕੇ ਵੀ ਸਾਰੇ ਪ੍ਰੋਗਰਾਮ ਜਿਹੜੇ ਲੜੀਵਾਰ ਤੁਸੀਂ ਇਹਨਾਂ ਨੂੰ ਸੁਣ ਸਕਦੇ ਹੋ, ਕਿਉਂਕਿ ਕਈ ਵਾਰ ਇਹ ਹੁੰਦਾ ਇੱਕ ਵਾਰ ਸੁਣਨ ਤੇ ਗੱਲ ਪਕੜ ਵਿੱਚ ਨਹੀਂ ਆਉਂਦੀ। ਜਦੋਂ ਤੁਸੀਂ ਉਹਨੂੰ ਬਾਰ-ਬਾਰ ਸੁਣਦੇ ਹੋ ਤੇ ਫਿਰ ਤੁਹਾਡੇ ਜਿਹੜੇ ਮਨ ਦੇ ਸ਼ੰਕੇ ਹੁੰਦੇ ਆ ਉਹ ਦੂਰ ਹੋ ਜਾਂਦੇ ਨੇ ਤੇ ਜਿਹੜੇ ਸਹੀ ਸਤਿਗੁਰ ਦੀ ਸੋਚ ਹੈ, ਸਹੀ ਵਿਚਾਰ ਆ, ਸਤਿਗੁਰ ਦੀ ਸੋਚ ਤਾਂ ਸਹੀ ਸੀ ਪਰ ਸਾਡੀ ਸਮਝ ਦੇ ਵਿੱਚ ਨਹੀਂ ਆਉਂਦੀ, ਉਹ ਤੁਸੀਂ ਸੁਣ ਸਕਦੇ ਹੋ, ਵਿਚਾਰ ਸਕਦੇ ਹੋ। ਅੱਜ ਦਾ ਸਵਾਲ ਵੀਰ ਜੀ ਮੇਰਾ ਕਿ ਤੁਸੀਂ ਪਿਛਲੇ ਐਪੀਸੋਡ ਵਿੱਚ ਸੰਗਤਾਂ ਦੇ ਨਾਲ ਸਾਂਝ ਪਾਈ ਮਲੂਕੇ ਦੀਵਾਨੇ ਦੀ ਢਾਬ ਤੇ ਸਤਿਗੁਰੂ ਜੀ ਗਏ, ਕਿਉਂਕਿ ਉਹਦੇ ਮਨ ਦੇ ਵਿੱਚ ਬਹੁਤ ਹੀ ਦੇਰ ਤੋਂ ਜਿਹੜੀ ਉਹਦੇ ਮਨ ਦੇ ਵਿੱਚ ਚਾਹਨਾ ਸੀ, ਉਹਦੀ ਮਨ ਦੀ ਇੱਕ ਖਾਹਿਸ਼ ਸੀ ਕਿ ਸਤਿਗੁਰੂ ਜੀ ਆਉਣ ਤੇ ਆਪਣੀਆਂ ਮਿਹਰਾਂ ਭਰਿਆ ਹੱਥ, ਆਪਣਾ ਮਿਹਰਾਂ ਭਰੀ ਜਿਹੜੀ ਨਿਗਾਹ ਆ ਉਹ ਮੇਰੇ ਤੇ ਪਾਉਣ, ਤੇ ਸਤਿਗੁਰੂ ਜੀ ਨੇ ਉਹਦੇ ਮਨ ਦੀ ਜਿਹੜੀ ਆਸਾ ਸੀ ਉਹ ਪੂਰੀ ਕੀਤੀ। ਮਲੂਕੇ ਦੀਵਾਨੇ ਦੇ ਜਿਹੜੇ ਡੇਰੇ ਤੋਂ ਸਤਿਗੁਰੂ ਜੀ ਕਿਸ ਪਾਸੇ ਵੱਲ ਗਏ ਤੇ ਅਗਾਂਹ ਕੀ ਕੁਝ ਵਾਪਰਿਆ, ਇਹਦੇ ਬਾਰੇ ਸੰਗਤਾਂ ਦੇ ਨਾਲ ਜ਼ਰੂਰ ਤੁਸੀਂ ਅੱਜ ਦੇ ਐਪੀਸੋਡ ਵਿੱਚ ਸਾਂਝ ਪਾਓ। ਉਸ ਮਲੂਕੇ ਦੀਵਾਨੇ ਨੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਪ੍ਰਾਣ ਤਿਆਗ ਦਿੱਤੇ ਜੀ। ਸਤਿਗੁਰ ਨੇ ਆਪਣੇ ਹੱਥੀਂ ਉਹਦਾ ਸੰਸਕਾਰ ਕੀਤਾ। ਹਾਂਜੀ। ਔਰ ਉਹਦਾ ਅੰਤਮ ਸੰਸਕਾਰ ਕਰਕੇ ਸਤਿਗੁਰ ਨੇ ਤੁਰੰਤ ਉੱਥੋਂ ਬਾਅਦ ਚੱਲੇ ਪੜੇ। ਠੀਕ ਹੈ। ਰਾਹ ਦੇ ਵਿੱਚ ਮੈਂ ਥੋੜਾ ਛੋਟੀ ਕਰਾਂਗਾ। ਹਾਂਜੀ। ਰਾਹ 'ਚ ਛੋਟੇ ਛੋਟੇ ਪੜਾਅ ਕਰਦੇ ਸਤਿਗੁਰ ਇੱਕ ਦੋ ਥਾਂ ਤੇ। ਹਾਂਜੀ। ਸੁਨੀਅਰ ਪਿੰਡ ਜਾ ਕੇ ਸਤਿਗੁਰ ਨੇ ਅਗਲਾ ਆਪਣਾ ਮੁਕਾਮ ਕੀਤਾ। ਠੀਕ ਹੈ। ਸੁਨੀਅਰ ਪਿੰਡ ਦੇ ਬਾਰ-ਬਾਰ ਜਿੱਦਾਂ ਪਿੰਡ ਸਤਿਗੁਰ ਡੇਰਾ ਲਾਉਂਦੇ ਹੁੰਦੇ ਸੀ, ਹਾਂਜੀ। ਸੁਨੀਅਰ ਪਿੰਡ ਜਾ ਕੇ ਸਤਿਗੁਰ ਨੇ ਬਾਰ-ਬਾਰ ਨਾਲ ਡੇਰਾ ਲਾ ਲਿਆ, ਖੁੱਲਾ ਥਾਂ ਦੇਖ ਕੇ, ਸੱਥ ਵਾਲੀ ਥਾਂ ਦੇ ਉੱਤੇ। ਹਾਂਜੀ। ਉਸ ਪਿੰਡ ਦੇ ਵਿੱਚ ਇੱਕ ਸੰਮਾ ਨਾਂ ਦਾ ਡੋਗਰ ਰਹਿੰਦਾ ਸੀ। ਠੀਕ ਹੈ। ਡੋਗਰ ਰਾਜਪੂਤ। ਔਰ ਆਮ ਤੌਰ ਤੇ ਜਿਹੜੇ ਡੋਗਰ ਰਾਜਪੂਤ ਸੀਗੇ ਇਹ ਮੱਝਾਂ ਗਾਈਆਂ ਦੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਰੱਖਦੇ, ਜਿੱਦਾਂ ਦੁਆਬੇ 'ਚ ਗੁੱਜਰ ਹੁੰਦੇ ਆ। ਹਾਂਜੀ। ਏਦਾਂ ਸੰਮਾ ਡੋਗਰ ਸੀਗਾ, ਇਹਦੇ ਕੋਲ ਬਹੁਤ ਸਾਰੀਆਂ ਮੱਝਾਂ ਸੀਗੀਆਂ। ਹਾਂਜੀ। ਪਾਲੀ ਸੀ ਮੱਝਾਂ ਦਾ, ਮੱਝਾਂ ਬਹੁਤ ਜ਼ਿਆਦੀਆਂ ਸੀ। ਉਹਨੇ ਜਦੋਂ ਸੁਣਿਆ ਕਿ ਸਤਿਗੁਰ ਦਾ ਮਕਾਮ ਸੁਨੀਅਰ ਪਿੰਡ ਦੀ ਜੂਹ 'ਚ ਆ ਗਿਆ, ਸੱਥ ਦੇ ਵਿੱਚ ਆ ਕੇ ਉਹਨਾਂ ਨੇ ਮਕਾਮ ਕੀਤਾ ਆ, ਤੇ ਸੰਮਾ ਡੋਗਰ ਨੇ ਆਪਣੀਆਂ ਸਾਰੀਆਂ ਮੱਝਾਂ ਚੋਈਆਂ। ਹਾਂਜੀ। ਸਾਰੀਆਂ ਮੱਝਾਂ ਚੋ ਕੇ ਤੇ ਜਿੰਨਾ ਦੁੱਧ ਹੈਗਾ ਸੀ ਸਾਰਾ ਉਲਟੂਆਂ 'ਚ ਭਰ ਕੇ ਲੈ ਕੇ ਜਿੱਥੇ ਸਤਿਗੁਰ ਦਾ ਮਕਾਮ ਸੀ ਉੱਥੇ ਆ ਗਿਆ। ਠੀਕ ਹੈ। ਸਤਿਗੁਰ ਜੀ ਮੇਰੇ ਕੋ ਆਈ ਆ ਮੇਰੀ ਆ ਪੇਟੀ ਜਿਹੜੀ ਆ। ਹਾਂਜੀ। ਪ੍ਰਵਾਨ ਕਰੋ। ਤੇ ਜਦੋਂ ਸਤਿਗੁਰ ਨੇ ਦੇਖਿਆ ਸਾਰਾ ਦੁੱਧ ਜਿੰਨਾ ਸੀ ਲੈ ਕੇ ਆ ਗਿਆ, ਤੇ ਸਤਿਗੁਰ ਨੇ ਉਹ ਤੇ ਬਖਸ਼ਿਸ਼ ਕੀਤੀ। ਹਾਂਜੀ। ਰਹਿਮਤਾਂ ਕੀਤੀਆਂ ਸਤਿਗੁਰ ਨੇ। ਸਤਿਗੁਰ ਬਖਸ਼ਿਸ਼ਵਾਨ ਹਮੇਸ਼ਾ, ਤੇਰੇ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਵੱਡੀਆਂ ਵੱਡੀਆਂ ਦਾਤਾਂ ਸਤਿਗੁਰ ਦੇ ਦਿੰਦੇ ਆ। ਦੁੱਧ ਲੈ ਕੇ ਆ ਗਿਆ ਸਾਰਾ ਹੀ ਜਦੋਂ, ਤੇ ਸਤਿਗੁਰ ਨੂੰ ਵਰਦਾਨ ਦਿੱਤਾ, ਕਹਿੰਦੇ ਸਤਿਗੁਰ ਕਹਿੰਦੇ ਲੈ ਬਈ ਡੋਗਰਾ, ਤੂੰ ਗੁਰੂ ਕੇ ਸਿੱਖਾਂ ਲਈ ਦੁੱਧ ਲੈ ਕੇ ਆਇਆ। ਹਾਂਜੀ। ਤੇਰੇ ਘਰ ਵਿੱਚ ਕਦੀ ਵੀ ਤੇਰੇ ਖਾਨਦਾਨ 'ਚ ਦੁੱਧ ਦੀ ਕਮੀ ਨਹੀਂ ਹੋਊਗੀ। ਤੇ ਸਿੰਘਾਂ ਨੂੰ ਸਤਿਗੁਰ ਨੇ ਹੁਕਮ ਕੀਤਾ ਕਿ ਦੁੱਧ ਦੀ ਖੀਰ ਬਣਾਈ ਜਾਵੇ, ਸਾਰਿਆਂ ਨੂੰ ਛਕਾਈ ਜਾਵੇ, ਅੱਜ ਲੰਗਰ ਖੀਰ ਦਾ ਹੀ ਚੱਲੂਗਾ। ਹਾਂਜੀ। ਕੁਝ ਲੋਕ ਚੌਲ ਵੀ ਲੈ ਆਏ ਹੋਣਗੇ, ਜੇ ਚੌਲ ਸਿੰਘਾਂ ਕੋਲ ਆਪ ਹੋਣਗੇ। ਹਾਂਜੀ। ਹਾਂਜੀ। ਸੋ ਖੀਰ ਬਣਨੀ, ਅੱਗੇ ਧਰਨੇ ਸ਼ੁਰੂ ਕਰਤੇ ਜੀ। ਤੇ ਜਿਹੜਾ ਸੰਮਾ ਡੋਗਰ ਸੀ ਕਹਿੰਦਾ ਸਤਿਗੁਰ ਜੀ ਤੁਸੀਂ ਦੁੱਧ ਦੀ ਬਖਸ਼ਿਸ਼ ਕਰ ਦਿੱਤੀ ਆ। ਹਾਂਜੀ। ਦੁੱਧ ਪੀਣ ਵਾਲੇ ਪੁੱਤਾਂ ਦੀ ਵੀ ਬਖਸ਼ਿਸ਼ ਕਰੋ। ਠੀਕ ਹੈ। ਵੀ ਆਮ ਤੌਰ ਤੇ ਪੰਜਾਬੀ ਮਾਵਾਂ ਦੋ ਚੀਜ਼ਾਂ ਮੰਗਦੀਆਂ ਆ। ਹਾਂਜੀ। ਦੁੱਧ ਤੇ ਪੁੱਤ। ਦੁੱਧ ਤੇ ਪੁੱਤ। ਹਾਂਜੀ। ਤੇ ਤੁਸੀਂ ਦੁੱਧ ਦੀ ਬਖਸ਼ਿਸ਼ ਕਰਦੀ ਵੀ ਟੋਟਾ ਨਹੀਂ ਆਊਗਾ, ਤੇ ਦੁੱਧ ਪੀਣ ਵਾਲੇ ਪੁੱਤਰ ਵੀ ਦਿਓ। ਜੀ।
ਇਹ ਵੀ ਬਖਸ਼ਿਸ਼ ਕਰੋ, ਰਹਿਮਤਾਂ ਕਰੋ, ਸਤਿਗੁਰ ਹੱਥ ਪੈ ਮੁਸਕਰਾ ਪੈਣ। ਤੇ ਜਦੋਂ ਸਤਿਗੁਰੂ ਸਮਝ ਲਓ ਮੁਸਕਰਾ ਪੈਣਾ, ਇਹਦੇ ਤੋਂ ਮੰਗ ਮੰਗੀ ਗਈ, ਜੀ ਜੀ ਉਹਦੇ ਕੋਲ ਦਾਤ ਮਿਲ ਮਿਲ ਗਈ। ਗਈ। ਹਾਂਜੀ ਤੇ ਸਤਿਗੁਰੂ ਕਹਿੰਦੇ ਬਿਲਕੁਲ ਜੀ, ਇਹ ਸਾਡਾ ਪੰਜਾਬੀ ਸੁਭਾਅ ਹੀ ਆ। ਮਾਵਾਂ ਆਮ ਤੌਰ ਤੇ ਕਹਿੰਦੀਆਂ ਹੁੰਦੀਆਂ, ਅਸ਼ੀਸ਼ ਵੀ ਦਿੰਦੀਆਂ, ਦੁੱਧ ਪੁੱਤ ਵਾਲੇ ਹੋ। ਹਾਂਜੀ ਹਾਂਜੀ ਦੁੱਧ ਤੇ ਪੁੱਤ ਦੀ ਦਾਤ ਮੰਗੀ ਜਾਂਦੀ ਆ। ਤੇ ਤੂੰ ਵੀ ਚਲੋ ਦੁੱਧ ਨਾਲ ਪੁੱਤ ਜੋੜ ਲਿਆ, ਤੇ ਸਤਿਗੁਰੂ ਤੇਰੀਆਂ ਵੀ ਮੁਰਾਦਾਂ ਪੂਰੀਆਂ ਕਰੇ। ਹਾਂਜੀ ਪਰ ਨਾਲ ਸਾਡੀ ਗੱਲ ਥੋੜੀ ਗਾਂਹ ਦੀ ਆ, ਜੀ ਕਿਉਂਕਿ ਅਸੀਂ ਅਧੂਰੇ ਆ, ਸਾਡੀ ਹਰ ਗੱਲ ਅਧੂਰੀ। ਅਧੂਰੀ ਹੈ, ਹਾਂਜੀ। ਸਤਿਗੁਰੂ ਪੂਰਾ ਆ, ਸਤਿਗੁਰੂ ਨੇ ਦੁਨੀਆ ਦੀ ਵੀ ਗੱਲ ਕਰਨੀ ਤੇ ਗੱਲ ਪੂਰੀ ਕਰਨੀ। ਜੀ ਆਮ ਤੌਰ ਤੇ ਨਾ ਕੋਈ ਜਦੋਂ ਅਸੀਸ ਦੇਣੀ ਹੁੰਦੀ ਕਿਸੇ ਨੂੰ, ਦੁਨੀਆ ਦੀ ਕੋਈ ਵੀ ਬੋਲੀ ਹੋਵੇ, ਜਦੋਂ ਅਸੀਸ ਦੀ ਸ਼ੁਰੂਆਤ ਜਿਉਂਦਾ ਰਹਿਣ ਤੋਂ ਹੁੰਦੀ ਆ। ਹਾਂਜੀ ਤੁਸੀਂ ਕਦੀ ਇਸ ਗੱਲ ਨੂੰ ਪਰਤਾ ਕੇ ਜੀ, ਦੇਖਿਓ। ਜੀ। ਆਮ ਤੌਰ ਤੇ ਬਜ਼ੁਰਗ ਵੀ ਜਦੋਂ ਅਸੀਸਾਂ ਦਿੰਦੇ ਕਹਿੰਦੇ ਜਿਉਂਦਾ ਰਹਿ, ਜਵਾਨੀਆਂ ਮਾਣ ਵੱਡੀਆਂ, ਇਹ ਨਾਮਣੇ ਵਾਲਾ ਹੋਵੇ, ਵੱਡੇ ਮਰਾਤਬੇ ਵਾਲਾ ਹੋਵੇ, ਗੁਰੂ ਵਾਲਾ ਹੋਵੇ। ਬਾਕੀ ਸਾਰੀ ਗੱਲ ਵਿਸਤਾਰ ਬਾਅਦ 'ਚ ਕਰਨਾ, ਪਰ ਗੱਲ ਕਿੱਥੋਂ ਸ਼ੁਰੂ ਨਹੀਂ, ਜਿਉਂਦੇ ਰਹਿਣ। ਜੀ ਕਿਉਂਕਿ ਫਲਸਫੇ ਦੀ ਗੱਲ ਇਹ ਆ ਹਾਂਜੀ ਕਿ ਬਾਕੀ ਪ੍ਰਾਪਤੀਆਂ ਤਾਂ ਕਰੇਗਾ ਜੇ ਜਿਉਂਦਾ ਰਹੇਗਾ। ਜਿੰਦਾ ਰਹੇਗਾ ਤੇ ਜੀ ਜੇ ਜਿਉਂਦਾ ਨਾ ਰਹੇ ਤੇ ਬਾਕੀ ਪ੍ਰਾਪਤੀਆਂ, ਜਿਉਂਦਾ ਰਹਿ, ਜਵਾਨੀਆਂ ਮਾਣ, ਵੱਡੀਆਂ ਉਮਰਾਂ ਵਾਲਾ ਹੋਵੇ, ਦੁੱਧਾਂ ਪੁੱਤਾਂ ਵਾਲਾ ਹੋਵੇ, ਵੱਡੀਆਂ ਪੜ੍ਹਾਈਆਂ ਵਾਲਾ ਹੋਵੇ, ਮਾਂ ਪਿਓ ਦਾ ਨਾਮ ਰੋਸ਼ਨ ਕਰੇ, ਗੁਰੂ ਵਾਲਾ ਹੋਵੇ, ਸਾਰਾ ਕੁਝ ਜੀ ਜ਼ਿੰਦਗੀ ਨਾ ਦਾ ਸਭ ਬਾਰੇ ਵਾਲਾ ਹੋਵੇ, ਕੁਝ ਪਰ ਜਿਉਂਦਾ ਰਹਿ ਪਹਿਲਾਂ। ਜੀ ਪਰ ਜਿਉਂਦਾ ਰਹਿ ਇੱਕ ਵਾਰੀ ਕਹਿ ਕੇ ਸੀਸ ਦਾ ਵਿਸਤਾਰ ਕਰਨਾ ਸ਼ੁਰੂ ਕਰ ਦਿੰਦੇ ਆ। ਹਾਂਜੀ ਹਾਂਜੀ ਅਸੀਂ ਜਿਉਂਦਾ ਰਹਿ ਤੇ ਟਿਕਦੇ ਨਹੀਂ, ਜਿਉਂਦਾ ਕਿਵੇਂ ਰਹਿਣਾ ਆ, ਜੀ ਇਹ ਤੇ ਨਹੀਂ ਟਿਕਦੇ। ਪਰ ਜੋ ਸਤਿਗੁਰੂ ਸੀਸ ਦੇਣ ਲੱਗਦਾ ਨਾ, ਸਤਿਗੁਰੂ ਫਿਰ ਜਿਉਂਦਾ ਰਹਿਣ ਦਾ ਮਕਸਦ ਵੀ ਸਮਝਾਉਂਦਾ ਹੈ। ਜੀ ਜਿਉਂਦਾ ਕਿਵੇਂ ਰਹਿ ਸਕਦਾ ਮਨੁੱਖ ਤੋਂ ਬਾਰੇ ਸਤਿਗੁਰੂ ਵੀ ਸਮਝਾਉਂਦਾ ਆ। ਗੁਰਬਾਣੀ ਨੂੰ ਪੁੱਛੀਏ ਕਿੱਦਾਂ ਸੀਸ ਦੇਣੀ ਆ, ਤੇ ਗੁਰਬਾਣੀ ਕਹਿੰਦੀ ਆ ਇੱਕ ਵਾਰੀ ਨਹੀਂ, ਫਿਰ ਜਿਉਂਦਾ ਰਹਿਣ ਦੀ ਕਿਉਂਕਿ ਬੇਸ ਪੱਕਾ ਹੋਣਾ ਚਾਹੀਦਾ। ਹਾਂਜੀ 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 ਸਤਿਗੁਰੂ ਕਹਿੰਦੇ ਨੇ ਜੀਵਤ 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 ਰਹੋ, ਤੂੰ ਜਿਉਂਦਾ ਰਹਿ, ਜਿਉਂਦਾ ਰਹਿ, ਜਿਉਂਦਾ ਰਹਿ। ਜੀ ਇੱਕ ਵਾਰੀ ਨਹੀਂ, 3 ਵਾਰੀ ਬੇਸ ਪੱਕਾ ਕੀਤਾ। ਜੀ ਪਰ ਤੂੰ ਜਿਉਂਦਾ ਕਿੱਦਾਂ ਰਹੇਗਾ ਸਦਾ ਲਈ? ਤੇ ਸਤਿਗੁਰੂ ਕਹਿੰਦੇ ਰਾਮ ਰਸਾਇਣ ਨਿਤ ਉੱਠ ਪੀਵੋ, ਕਿ ਉਸ ਰਾਮ ਦੇ ਨਾਮ ਦੀ ਰਸਾਇਣ, ਉਹ ਦਵਾਈ ਜਿਹੜੀ ਨਿਤ ਉੱਠ ਕੇ ਨਿਰਣੇ ਕਾਲ ਦੀ ਪੀਣੀ ਪੈਣੀ ਹੈ, ਅੰਮ੍ਰਿਤ ਵੇਲੇ ਪੀਣੀ ਪੈਣੀ ਹੈ। ਹਾਂਜੀ ਤੇ ਕੋਈ ਰਾਮ ਦੇ ਨਾਮ ਦੀ ਨਾਮ ਰਸਾਇਣ ਲੈਣ ਲਈ ਕਿਤੇ ਕਿਸੇ ਡੇਰੇਦਾਰ ਕੋਲ ਨਾ ਚੱਲ ਜਾਵੇ, ਕਿਤੇ ਆਲੇ ਦੁਆਲੇ ਭੱਜਾਣਾ ਫਿਰੇ, ਪਤਾ ਨਹੀਂ ਕਿੱਥੋਂ ਮਿਲਣੀ ਹੈ। ਬਾਬਾ ਰਾਮਦੇਵ ਨਾਲ ਲੱਭਦਾ ਫਿਰੇ ਹਾਂਜੀ ਵੀ ਪਤਾ ਨਹੀਂ ਉਹਨੇ ਰਾਮ ਰਸਾਇਣ ਬਣਾਈ ਹੋਣੀ ਆ। ਜੀ ਸਤਿਗੁਰੂ ਕਹਿੰਦੇ ਇੱਧਰ ਨੂੰ ਨਾ ਭੱਜੇ ਨਾ ਫਿਰ ਉਸ ਰਸਾਇਣ ਨੂੰ ਲੈਣ ਦੇ ਲਈ। ਹਾਂਜੀ ਤੇ ਸਤਿਗੁਰੂ ਕਹਿੰਦੇ ਬਈ ਜੀਵਤ 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 ਰਹੋ, ਰਾਮ ਰਸਾਇਣ ਨਿਤ ਉੱਠ ਪੀਵੋ, ਹਰ 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 ਮੁਖੋਂ ਕਹੋ, ਰਸਨਾ ਕਹੋ, ਕਿ ਆਪਣੀ ਰਸਨਾ ਦੇ ਉੱਤੋਂ ਸਦਾ ਹਰ 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 ਵਾਹਿਗੁਰੂ 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 ਤੁਹਾਡਾ ਚੱਲਦਾ ਰਹੇ। ਇਹੀ ਨਾਮ ਰਸਾਇਣ ਹੈ, ਇਹੀ ਨਾਮ ਰਸਾਇਣ ਹੈ, ਇਹੀ ਨਾਮ ਰਸਾਇਣ ਹੈ। ਹਰ 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 ਰਸਨਾ ਕਹੋ, ਇਹੀ ਨਾਮ ਰਸਾਇਣ ਹੈ। ਗੁਰਮੁਖ ਸਾਚ ਪਦਾਰਥ ਲਹੋ, ਇਹੀ ਸੱਚਾ ਪਦਾਰਥ ਹੈ। ਸੋ ਸਤਿਗੁਰੂ ਨੇ ਜਦੋਂ ਕੋਈ ਸੀਸ ਦਿੱਤੀ ਆ, ਹਾਂਜੀ ਉਹਦੇ ਨਾਲ ਨਾਲ ਸੀਸ ਦੀ ਸਤਿਗੁਰੂ ਪੂਰਾ ਉਹਨੇ ਗੱਲ ਪੂਰੀ ਕੀਤੀ ਹਮੇਸ਼ਾ। ਇਦਾਂ ਨਹੀਂ ਕਹੇ ਜਿਉਂਦਾ ਰਹਿ, ਜਵਾਨੀਆਂ ਮਾਣ ਗਾਂ ਤੋਂ ਜੀ ਜੀ ਸਤਿਗੁਰੂ ਜੀਵਤ 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 ਰਹੋ, ਹਾਂਜੀ। ਉਹ ਪਹਿਲਾਂ ਪੱਕਾ ਕੀਤਾ ਬੇਸ। ਜੀ। ਫਿਰ ਕਿੱਦਾਂ ਸਦਾ ਲਈ ਜੀਦਾ ਰਹਿਣਾ ਹੈ? ਨਾਮ ਰਸਾਇਣ ਨਿਤ ਉੱਠ ਪੀਵੋ, ਨਾਮ ਦੀ ਰਸਾਇਣ ਨਿਰਣੇ ਕਾਲ 'ਚ ਉੱਠ ਕੇ ਪੀਣੀ ਪੈਣੀ ਆ। ਤੇ ਨਾਮ ਦੀ ਰਸਾਇਣ ਹੈ ਕੀ? ਉਹ ਵੀ ਸਤਿਗੁਰੂ ਨੇ ਦੱਸਤਾ, ਹਰ 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 ਦੱਸਣਾ ਕਹੋ, ਵਾਹਿਗੁਰੂ ਦਾ ਸਿਮਰਨ ਚੱਲਦਾ ਰਹੇ। ਇਹੀ ਗੁਰਮੁਖ ਸਾਜ ਪਦਾਰਥ ਲਓ। ਪਰ ਇਹ ਮਿਲਣਾ ਕਿੱਥੋਂ ਆ? ਗੁਰੂ ਦੇ ਸਨਮੁਖ ਹੋ ਕੇ, ਗੁਰੂ ਬਣ ਕੇ ਮਿਲਣਾ, ਗੁਰੂ ਦੇ ਕੋਲੋਂ ਮਿਲਣਾ। ਗੁਰਮੁਖ ਸਾਜ ਪਦਾਰਥ ਲਓ, ਗੁਰੂ ਦੇ ਸਨਮੁਖ ਹੋ ਕੇ ਮਿਲਣਾ। ਗੱਲ ਕਮੀ ਤਾਂ ਨਹੀਂ ਰਹੀ ਨਾ, ਨਹੀਂ ਸਾਰੀ ਗੱਲ ਕਲੀਅਰ ਆਪੀ। ਸਤਿਗੁਰੂ ਇਦਾਂ ਕਰਦੇ, ਪੂਰੇ ਦੀ ਹਰ ਗੱਲ ਪੂਰੀ। ਤੇ ਆਮ ਤੌਰ ਤੇ ਅਸੀਂ ਤਾਂ ਕਹਿੰਦੇ ਦੁੱਧ ਪੁੱਤਰਾ, ਸਤਿਗੁਰੂ ਫਿਰ ਕਹਿੰਦੇ ਆ ਹਾਂ ਦੁੱਧ ਨਾਲ ਪੁੱਤ ਜੁੜਨੇ ਚਾਹੀਦੇ ਆ ਜੀ। ਪਰ ਦੁੱਧ ਨਾਲ ਪੁੱਤ ਇਸ ਕਰਕੇ ਜੁੜਨੇ ਚਾਹੀਦੇ ਆ ਕਿ ਘਰ ਦੇ ਵਿੱਚ ਦੁੱਧ ਵੀ ਹੋਵੇ, ਘਰ ਦੇ ਵਿੱਚ ਪੁੱਤ ਵੀ ਹੋਵੇ। ਤੇ ਪੁੱਤ ਦੁੱਧ ਪੀ ਕੇ, ਦੁੱਧ ਤੋਂ ਦਹੀਂ ਮਿਲਦੀ ਆ, ਦੁੱਧ ਤੋਂ ਮਲਾਈ ਬਣਦੀ, ਦੁੱਧ ਤੋਂ ਮੱਖਣ ਬਣਦਾ, ਦੁੱਧ ਤੋਂ ਘਿਓ ਬਣਦਾ। ਪੁੱਤ ਦਹੀਂਆਂ ਖਾਵੇ, ਮਲਾਈਆਂ ਖਾਵੇ, ਘਿਓ ਖਾਵੇ, ਮੱਖਣ ਖਾਵੇ, ਦੁੱਧ ਪੀਵੇ, ਜਵਾਨ ਹੋਵੇ, ਬਲਵਾਨ ਹੋਵੇ, ਜਵਾਨ ਹੋਵੇ ਤੇ ਬਲਵਾਨ ਹੋਵੇ ਜੀ, ਯੋਧਾ ਹੋਵੇ। ਤੇ ਯੋਧਾ ਹੋਵੇ ਤੇ ਉਹਦੀ ਇੰਨੀ ਕੁ ਧਾਂਗ ਹੋਵੇ ਕਿ ਕੋਈ ਵਿਦੇਸ਼ੀ ਉਹਦੇ ਦੇਸ਼ ਦੇ ਉੱਤੇ, ਉਹਦੀ ਕੌਮ ਦੇ ਉੱਤੇ ਹਮਲਾ ਕਰਨ ਲੱਗਾ ਜਾਂ ਸੋਚੇ ਕੰਬੇ, ਜੀ ਜੀ, ਉਹਦਾ ਭੈ ਹੋਵੇ। ਸੋ ਦੁੱਧ ਤੇ ਪੁੱਤ ਇਸ ਲਈ ਚਾਹੀਦਾ ਹੁੰਦਾ। ਹਾਂਜੀ ਡੋਗਰਾ ਸਤਿਗੁਰੂ ਰਹਿਮਤਾਂ, ਸਤਿਗੁਰੂ ਦੀਆਂ ਬਖਸ਼ਿਸ਼ਾਂ। ਤੂੰ ਦੁੱਧ ਤੇ ਪੁੱਤ ਮੰਗਿਆ ਤੇ ਅਸੀਂ ਤਾਂ ਫਿਰ ਪੂਰੀ ਗੱਲ ਕਹਿਣੀ ਆ। ਦੁੱਧ ਵੀ ਹੋਵੇ, ਪੁੱਤ ਵੀ ਹੋਵੇ। ਪੁੱਤ ਹੋਣ,
ਉਹ ਦੁੱਧ ਵੀ ਛਕਣ, ਉਹ ਮਲਾਈਆਂ ਵੀ ਖਾਣ, ਦਹੀਆਂ ਵੀ ਖਾਣ, ਮੱਖਣ ਵੀ ਖਾਣ, ਘਿਓ ਵੀ ਖਾਣ, ਯੋਧੇ ਬਣਨ ਤੇ ਦੇਸ਼ ਕੌਮ ਨੂੰ ਤੇ ਮਾਣ ਹੋਵੇ। ਸੋ ਸਤਿਗੁਰੂ ਨੇ ਵਰਦਾਨ ਤੇ ਉਹਨਾਂ ਤੋਂ ਜਿਹੜੇ ਵਿਦੇਸ਼ੀ ਧਾੜਵੀ ਦੁਸ਼ਮਣ ਆ, ਜਿਹੜੇ ਚੜ ਕੇ ਆਉਂਦੇ ਆ, ਦੇਸ਼ ਨੂੰ ਲੁੱਟਦੇ ਆ, ਕੌਮ ਨੂੰ ਲੁੱਟਦੇ, ਕੌਮ ਨੂੰ ਲਵਾਉਂਦੇ ਆ, ਉਹਨਾਂ ਤੋਂ ਭੈ ਵੀ ਖਾਣ ਜੀ। ਇਹ ਸਤਿਗੁਰੂ ਨੇ ਉੱਥੇ ਸ਼ਬਦ ਕਹੇ ਹਾਂਜੀ ਸੁਨੀਲ ਪਿੰਡ ਦੇ ਵਿੱਚ। ਜਦੋਂ ਇਹ ਹਾਲੇ ਗੱਲਬਾਤ ਚੱਲ ਰਹੀ ਸੀ, ਖੀਰਾਂ ਦੀਆਂ ਦੇਗਾ ਚੜੀਆਂ, ਖੀਰਾਂ ਬਣੀ ਰਹੀਆਂ ਸੀਗੀਆਂ, ਹਾਂਜੀ ਤੇ ਉਸ ਇਲਾਕੇ ਦੇ ਵਿੱਚ ਕੋਈ ਜੰਗਲ ਦਾ ਇਲਾਕਾ ਸਾਰਾ, ਕੋਟਕਪੂਰੇ ਵਾਲਾ ਕਪੂਰਾ ਜਿਹੜਾ ਸੀ, ਸ਼ਿਕਾਰ ਖੇਡਦਾ ਸ਼ਿਕਾਰ ਦਾ ਸ਼ੌਕ ਸੀਗਾ। ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਸ਼ਿਕਾਰ ਵਾਲੇ ਸਮਾਨ ਲੈ ਕੇ ਆਏ ਸੀ, ਕੁੱਤੇ ਲੈ ਕੇ ਆਏ ਸੀ, ਘੋੜੇ ਲੈ ਕੇ, ਬਾਜ ਲੈ ਕੇ ਆਏ, ਸਾਰਾ ਕੁਝ ਹੀ। ਤੇ ਇਹਨੂੰ ਪਤਾ ਲੱਗਾ, ਸ਼ਿਕਾਰ ਖੇਡਦਾ ਉੱਥੋਂ ਲੰਘਣ ਲੱਗਾ, ਤੈਨੂੰ ਪਤਾ ਲੱਗਾ ਗੁਰੂ ਸਾਹਿਬ ਸੁਨੀਲ ਪਿੰਡ 'ਚ ਆਇਆ, ਤੇ ਇਹ ਵੀ ਫਿਰ ਵਿਚਾਰਾ ਸੁਨੀਲ ਪਿੰਡ 'ਚ ਆ ਗਿਆ। ਠੀਕ ਹੈ। ਕਪੂਰਾ ਚੌਧਰੀ ਕਪੂਰਾ, ਕੋਟਕਪੂਰੇ ਵਾਲਾ ਜਿਹਦੇ ਕਿਲਾ ਦੇ ਤੋਂ ਨਾ ਕੀਤੀ। ਹਾਂਜੀ। ਇਹ ਸ਼ਿਕਾਰ ਖੇਡਦਾ ਉੱਥੇ ਆ ਗਿਆ ਤੇ ਬੜੀ ਅਧੀਨਗੀ ਨਾਲ ਆ ਕੇ ਸਤਿਗੁਰੂ ਨੂੰ ਪੂਰੇ ਲੰਮੇ ਪੈ ਕੇ ਡੰਡੌਤ ਕੀਤੀ। ਹਾਂਜੀ। ਮੱਥਾ ਟੇਕਿਆ ਜੀ। ਉੱਠਿਆ ਸਤਿਗੁਰੂ, ਜਦੋਂ ਮੱਥਾ ਟੇਕਿਆ ਆ, ਝੁਕਣਾ ਆਉਂਦਾ ਹੋਵੇ, ਆਸ਼ੀਰਵਾਦ ਦੇਣੀ, ਸਤਿਗੁਰੂ ਨੇ ਸਿਰ ਤੇ ਹੱਥ ਰੱਖਣਾ, ਸਤਿਗੁਰੂ ਨੇ ਸਿਰ ਤੇ ਹੱਥ ਰੱਖਿਆ ਆ। ਇਹਦਾ ਮੂੰਹ ਬੜਾ ਉਤਰਿਆ ਹੋਇਆ, ਹਾਂਜੀ, ਬੜਾ ਉਦਾਸ ਜਿਹਾ ਆਇਆ, ਢਿੱਲਾ ਜਿਹਾ ਮੂੰਹ ਆ, ਉਤਰਿਆ ਹੋਇਆ ਮੂੰਹ ਆ। ਤੇ ਇਹਦੇ ਚਿਹਰੇ ਵੱਲ ਦੇਖ ਕੇ ਸਤਿਗੁਰੂ ਕਹਿੰਦੇ, ਕਿਉਂ ਵੀ ਕਪੂਰਿਆ, ਤੂੰ ਰਾਜੀ ਆ? ਹਾਂਜੀ। ਚਿਹਰੇ ਦਾ ਰੰਗ ਬਦਲ ਗਿਆ। ਉਹ ਬੰਦੇ ਦੇ ਚਿਹਰੇ ਦਾ ਰੰਗ ਦੇਖ ਕੇ ਪਤਾ ਲੱਗਦਾ। ਹਾਂਜੀ। ਆਮ ਤੌਰ ਤੇ ਇਹ ਗੱਲ ਆਖੀ ਜਾਂਦੀ ਕਿ ਦਿਮਾਗ ਦਾ ਨੰਗਾ ਭਾਗ, ਤੁਹਾਡੇ ਦਿਮਾਗ 'ਚ ਕੀ ਚੱਲ ਰਿਹਾ ਆ, ਨੰਗਾ ਭਾਗ ਅੱਖਾਂ ਆ। ਹਾਂਜੀ। ਅੱਖਾਂ ਚਿਹਰੇ ਦਾ ਹਿੱਸਾ ਹੈ, ਤੇ ਬਾਕੀ ਜਿਹੜੇ ਚਿਹਰੇ ਦੇ ਹਾਵ ਭਾਵ ਆ, ਜੋ ਕੁਝ ਤੁਹਾਡੇ ਅੰਦਰ ਚੱਲ ਰਿਹਾ ਉਹ ਦੱਸਦੇ ਆ। ਦੱਸ ਦਿੰਦੇ। ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਚਿਹਰੇ ਦੇ ਹਾਵ ਭਾਵਾਂ ਨੂੰ ਲੁਕੋ ਸਕਦੇ ਆ, ਪਰ ਬਹੁਤ ਘੱਟ ਲੋਕ ਹੁੰਦੇ ਜਿਹੜੇ ਚਿਹਰੇ ਦੇ ਹਾਵ ਭਾਵਾਂ ਨੂੰ ਪੜ੍ਹ ਵੀ ਸਕਦੇ ਆ। ਜੀ ਜੀ। ਪਰ ਜਿੰਨਾ ਮਰਜ਼ੀ ਲੁਕੋਲੋ, ਪੜ੍ਹਨ ਵਾਲੇ ਪੜ੍ਹ ਵੀ ਲੈਂਦੇ ਆ। ਹਾਂਜੀ। ਸੋ ਸਤਿਗੁਰੂ ਤੋਂ ਕੋਲੋਂ ਤਾਂ ਅੰਦਰ ਵੀ ਕੁਝ ਨਹੀਂ ਗੁੱਝਾ, ਅੰਤਰਾਤਮਾ ਜੋ ਚੱਲ ਰਿਹਾ ਨਹੀਂ ਗੁੱਝਾ, ਪਰ ਸਤਿਗੁਰੂ ਨੇ ਤਾਂ ਚਿਹਰਾ ਉਤਰਿਆ ਦੇਖਿਆ ਤੇ ਕਹਿੰਦੇ, ਕਿਉਂ ਕਪੂਰਿਆ, ਰਾਜੀ ਆ? ਹਾਂਜੀ। ਚਿਹਰਾ ਉਤਰਿਆ ਹੋਇਆ ਬਹੁਤ। ਇਹ ਹੋਰ ਵੀ ਦੀਨ ਹੋ ਗਿਆ, ਹੱਥ ਜੋੜੇ, ਨੀਵੀ ਜੀ ਭਾਈ, ਕਹਿੰਦਾ ਸਤਿਗੁਰੂ ਜੀ ਨਹੀਂ, ਮੈਂ ਰਾਜੀ ਨਹੀਂ। ਰਾਜੀ ਇਸ ਤਰ੍ਹਾਂ ਕਿ ਰਾਤਾਂ ਨੂੰ ਮੈਨੂੰ ਨੀਂਦ ਨਹੀਂ ਆਉਂਦੀ, ਹਾਂਜੀ, ਦਿਨ ਨੂੰ ਚੈਨ ਨਹੀਂ ਆਉਂਦਾ। ਤੁਹਾਡਾ ਜਿਹੜਾ ਤੁਸੀਂ ਵਾਕ ਮੇਰੇ ਲਈ ਬੋਲਿਆ, ਮੈਨੂੰ ਉਹ ਤਾਂ ਬਹੁਤ ਡਰ ਲੱਗਦਾ, ਦਹਿਸ਼ਤ ਲੱਗਦੀ ਆ। ਤੁਸੀਂ ਕਿਹਾ ਸੀ ਮੈਂ ਸੂਲੀ ਤੋਂ ਡਰਦਾ, ਤੇ ਮੇਰੀ ਸੂਲੀ ਆਊਗੀ ਮੇਰੇ ਤੇ, ਹਾਂਜੀ, ਮੁਗਲੀ ਮਾਰਨਗੇ ਮੈਨੂੰ। ਤੂੰ ਮੁਗਲਾਂ ਤੋਂ ਡਰਦਾ, ਮੁਗਲੀ ਮਾਰਨਗੇ। ਸੋ ਦਿਨ ਨੂੰ ਚੈਨ ਨਹੀਂ ਆਉਂਦਾ, ਰਾਤ ਨੂੰ ਨੀਂਦ ਨਹੀਂ ਆਉਂਦਾ, ਤੁਹਾਡੇ ਵਾਕ ਤੋਂ ਮੈਨੂੰ ਬਹੁਤ ਡਰ ਲੱਗਦਾ ਆ। ਹਾਂਜੀ। ਮੈਨੂੰ ਪਤਾ ਤੁਸੀਂ ਸਮਰੱਥ ਆ, ਤੁਹਾਡੇ ਵਾਕ ਸੱਚੇ ਆ। ਮੇਰੀ ਸ਼ਰਧਾ ਵੀ ਤੁਹਾਡੇ ਪ੍ਰਤੀ ਆ, ਮੇਰੀ ਸ਼ਰਧਾ ਵੀ ਗੁਰੂ ਘਰ ਦੇ ਪ੍ਰਤੀ ਆ। ਹਾਂਜੀ। ਪਰ ਸੱਚ ਇਹ ਆ ਕਿ ਮੈਂ ਤੁਰਕਾਂ ਤੋਂ, ਮੁਗਲਾਂ ਤੋਂ ਬਹੁਤ ਡਰਦਾ। ਹਾਂਜੀ। ਉਹ ਇਸ ਦੇਸ਼ ਦੇ ਰਾਜੇ ਆ, ਮੈਂ ਉਹਨਾਂ ਨੂੰ ਵਿਗਾੜ ਨਹੀਂ ਪਾ ਸਕਦਾ। ਹਾਂਜੀ। ਕਿਉਂਕਿ ਜੇ ਉਹਨਾਂ ਨੂੰ ਵਿਗਾੜ ਪਾਇਆ ਤਾਂ ਉਹਨਾਂ ਨੇ ਮੈਨੂੰ ਜੀਣ ਨਹੀਂ ਦੇਣਾ। ਤੂੰ ਇਸ ਦੇਸ਼ ਦੇ ਰਾਜੇ ਆ, ਤੇ ਇਸ ਦੇਸ਼ ਦੇ ਮਾਲਕ ਆ, ਤੇ ਤੁਸੀਂ ਦੀਨ ਦੁਨੀਆ ਦੇ ਮਾਲਕ ਆ, ਤੇ ਮੈਂ ਦੋਨੇ ਬੰਨੇ ਹੀ ਬਣਾ ਕੇ ਰੱਖਣੀ ਚਾਹੁੰਦਾ। ਹਾਂਜੀ। ਹਾਂਜੀ। ਸਤਿਗੁਰ ਕਹਿੰਦੇ ਵੀ ਕਪੂਰਿਆ, ਦੋ ਬੇੜੀਆਂ ਦਾ ਸਵਾਰ ਡੁੱਬਦਾ ਹੁੰਦਾ, ਬਿਰਤੀ ਇੱਕ ਪਾਸੇ ਕਰ ਲਾ। ਉਹ ਕਹਿੰਦਾ ਸਤਿਗੁਰੂ ਦੀ ਸ਼ਰਧਾ ਤਾਂ ਹੈਗੀ ਤੁਹਾਡੇ ਤੇ, ਹਾਂਜੀ, ਪਰ ਮਨ 'ਚ ਡਰ ਹੈਗਾ, ਦਹਿਸ਼ਤ ਹੈਗਾ ਉਹਨਾਂ ਦਾ, ਮੈਂ ਮੁਗਲਾਂ ਦਾ। ਹਾਂਜੀ। ਵਿਗਾੜ ਨਹੀਂ ਸਕਦਾ। ਜੀ। ਸ਼ਰਧਾ ਦੀ ਬਿਰਤੀ ਕਰਦੇ ਹੋਏ ਮੇਰੀ ਤੁਹਾਡੇ ਪ੍ਰਤੀ, ਮੈਨੂੰ ਪਤਾ ਹੈ ਤੁਸੀਂ ਸਮਝਦੇ ਹੋ। ਮੇਰੀ ਦੀਨ ਤੇ ਸ਼ਾਇਦ ਦੇਖੋ, ਮੇਰੇ ਤੇ ਮਿਹਰ ਕਰੋ, ਮੇਰੇ ਤੇ ਬਖਸ਼ਿਸ਼ ਕਰੋ। ਮੈਂ ਡਰ ਕੇ ਜੀ ਰਿਹਾ। ਹਾਂਜੀ। ਹਰ ਰੋਜ਼ ਜਿਹੜਾ ਦਿਨ ਚੜ੍ਹਦਾ ਆ, ਰੋਜ਼ ਹੀ ਮਰਦਾ ਹੈ, ਰੋਜ਼ ਮਰਦਾ, ਮਰਨੇ ਵਾਲੀ ਗੱਲ ਹੋ ਜਾਂਦੀ ਹੈ। ਰੋਜ਼ ਰਾਤ ਪੈਂਦੀ ਤੇ ਪਤਾ ਨਹੀਂ ਸੁਪਨਿਆਂ 'ਚ ਵੀ ਮਰਦਾ, ਮੈਨੂੰ ਨੀਂਦ ਤੱਕ ਨਹੀਂ ਆ ਰਹੀ ਜੀ। ਤੇ ਦੇਖ ਲਓ, ਤੁਹਾਡੇ ਤੋਂ ਲੁਕਿਆ ਕੁਛ ਨਹੀਂ, ਹਾਂਜੀ, ਤੇ ਲੁਕਿਆ ਦੁਨੀਆ ਤੋਂ ਹੁਣ ਕੁਛ ਨਹੀਂ। ਮੇਰੇ ਚਿਹਰੇ ਤੋਂ ਸਾਰਾ ਡਰ, ਦਹਿਸ਼ਤ ਆ ਗਈ ਹੈ। ਜੀ। ਜਦੋਂ ਬਹੁਤ ਹੀ ਗੜਗੜਾਉਣ ਲੱਗ ਪਿਆ ਨਾ, ਹਾਂਜੀ, ਤੇ ਸਤਿਗੁਰੂ ਨੇ ਕਿਹਾ ਵੀ ਜੇ ਤਾਂ ਇੱਕ ਪਾਸਾ ਕਰ ਲੈਂਦਾ ਕਪੂਰਿਆ, ਮੁਗਲਾਂ ਦਾ ਡਰ ਦਿਲ ਚੋਂ ਕੱਢ ਦਿੰਦਾ, ਤੇ ਹੁਣੇ ਤੇਰੇ ਸਾਰੇ ਡਰ ਅਸੀਂ ਚੱਕਦੇ ਨੇ ਸੀ, ਅਗਲੇ ਪਿਛਲੇ ਸੰਸੇ ਵੀ ਚੱਕਦੇ ਨੇ ਸੀਗੇ, ਤੇ ਮੁਗਲ ਨਹੀਂ, ਫਿਰ ਦੇਸ਼ ਦਾ ਮਾਲਕ ਤੂੰ ਹੁੰਦਾ। ਪਰ ਤੂੰ ਡਰ ਹੀ ਨਹੀਂ ਹੁਣ ਚੱਕ ਲਿਆ। ਜੀ। ਤੇ ਡਰਨ ਵਾਲੇ ਲੋਕ ਜਿਹੜੇ ਹੁੰਦੇ, ਉਹ ਕਦੀ ਬਾਦਸ਼ਾਹ ਨਹੀਂ ਬਣ ਸਕਦੇ। ਉਹ ਜਿਨ੍ਹਾਂ ਦੇ ਮਨ ਦੇ ਅੰਦਰ ਡਰ ਵਸਿਆ ਹੋਵੇ, ਉਹ ਕਦੇ ਹੁਕਮ ਥੋੜਾ ਕਰ ਸਕਦੇ ਹੁੰਦੇ, ਉਹ ਬਾਦਸ਼ਾਹੀ ਥੋੜਾ ਹਟਾ ਸਕਦੇ ਆ। ਸੋ ਤੇਰੇ ਮਨ ਦੇ ਅੰਦਰ ਡਰ ਵਸਿਆ ਹੋਇਆ, ਬਾਦਸ਼ਾਹੀ ਨਹੀਂ ਵਸ ਸਕਦੀ। ਪਰ ਕਿਉਂਕਿ ਤੂੰ ਅਧੀਨ ਹੋ ਗਿਆ ਆ, ਤੂੰ ਦਿਲ ਦੀ ਆਪਣੀ ਗੱਲ ਕਹਿ ਦਿੱਤੀ ਆ, ਤੂੰ ਗੁਰੂ ਘਰ ਤੇ ਆਪਣੀ ਸ਼ਰਧਾ ਪ੍ਰਗਟਾਈ ਆ, ਲੈ ਤੇਰਾ ਵਕਤੀ ਤੌਰ ਤੇ ਜਿਹੜਾ ਡਰ ਆ, ਜਿਹੜਾ ਤੈਨੂੰ ਨੀਂਦ ਨਹੀਂ ਆਉਂਦੀ, ਤੇਰਾ ਜਿਹੜਾ ਦਿਨ ਦਾ ਚੈਨ ਗਿਆ, ਇਹ ਦੂਰ ਕਰ ਦਿੰਦੇ ਆ। ਸਤਿਗੁਰੂ ਨੇ ਆਪਣੇ ਕੋਲ ਖੰਡਾ ਤੇ ਢਾਲ ਦਿੱਤੀ, ਕਹਿੰਦੇ ਇਹਨੂੰ ਆਪਣੇ ਕੋਲ ਰੱਖੀ। ਖੰਡੇ ਤੇ ਢਾਲ ਨੂੰ, ਖੰਡਾ ਤੇ ਢਾਲ ਜਦ ਤੱਕ ਕੋਲ ਰੱਖੇਗਾ ਸਤਿਕਾਰ ਦੇ ਨਾਲ। ਜੀ ਜੀ।
ਖੰਡਾ ਤੇ ਢਾਲ, ਇਹ ਤੇਰੀ ਢਾਲ ਵੀ ਆ, ਤੇਰੇ ਤੇ ਕੋਈ ਵਾਰ ਕਰੇ ਤੇ ਢਾਲ ਵੀ ਤੂੰ ਰੱਖਣੀ ਆ, ਤੇ ਖੰਡਾ ਵੀ ਤੈਨੂੰ ਦੇ ਦਿੱਤਾ, ਤੂੰ ਵਾਰ ਕਰ ਵੀ ਸਕਦਾ ਹੈ। ਜਦ ਤੱਕ ਖੰਡਾ ਤੇ ਢਾਲ ਆਪਣੇ ਕੋਲ ਰੱਖੇਗਾ, ਇਹਨੂੰ ਵਰਤਣਾ ਜਾਣੇਗਾ ਤੇ ਕਿਸੇ ਤੇ ਵਸਾ ਨਹੀਂ ਕਰੇਗਾ, ਹਾਂਜੀ, ਉਦ ਤੱਕ ਜਿੱਤ ਤੇਰੀ, ਤੇਰਾ ਕੁਝ ਨਹੀਂ ਹੁੰਦਾ, ਮਿਲਦਾ ਨਹੀਂ। ਠੀਕ ਹੈ। ਪਰ ਜਦੋਂ ਤੂੰ ਖੰਡੇ ਤੇ ਢਾਲ ਨੂੰ ਕੋਲ ਨਹੀਂ ਰੱਖਿਆ, ਤੂੰ ਕਿਸੇ ਤੇ ਵਸਾ ਕਰ ਲਿਆ, ਤੇ ਉਹ ਸਤਿਗੁਰ ਦਾ ਵਚਨ ਫਿਰ ਟਾਲਿਆ, ਉਹ ਸੱਚ ਹੋਣਾ ਹੀ ਹੋਣਾ। ਜਿਹੜਾ ਤੈਨੂੰ ਸੂਲੀ ਮਿਲਣ ਦੀ ਗੱਲ ਕਹੀ ਨਾ, ਉਹ ਸੱਚ ਹੋਣੀ ਹੋਣੀ ਆ। ਪਰ ਉਦੋਂ ਤੱਕ ਤੂੰ ਜਦ ਤੱਕ ਖੰਡਾ ਤੇ ਢਾਲ ਆਪਣੇ ਕੋਲ ਰੱਖ, ਤੇਰਾ ਕੁਝ ਨਹੀਂ ਵਿਗੜੂ, ਬੇਫਿਕਰ ਹੋ ਕੇ, ਜੀ ਜੀ, ਬੇਪਰਵਾਹ ਹੋ ਕੇ ਵਿਚਰ। ਜੀ। ਪਰ ਕਿਸੇ ਦੁਸ਼ਮਣ ਦਾ, ਮੁਗਲ ਦਾ, ਤੁਰਕ ਦਾ ਵਸਾ ਨਹੀਂ ਕਰਨਾ, ਵਿਦੇਸ਼ੀ ਢਾਲ ਦੀ ਆ, ਜੀ ਜੀ, ਇਹਨਾਂ ਦਾ ਵਸਾ ਨਹੀਂ ਕਰਨਾ। ਇਹ ਸਤਿਗੁਰੂ ਵਾਰ-ਵਾਰ ਕਹਿੰਦੇ ਵੀ ਹੁੰਦੇ ਸੀਗੇ ਜੀ, ਕਿ ਜਦੋਂ ਦੁਸ਼ਮਣ ਮਾਰਦਾ ਤੁਹਾਨੂੰ ਵਸਾ ਕੇ ਮਾਰਦਾ, ਹਾਂਜੀ, ਝੂਠੀਆਂ ਸੌਂ ਵੀ ਖਾਊਗਾ। ਇੱਕ ਫਲਸਫੇ ਦੀ ਗੱਲ ਵੀ ਹੈ ਇੱਥੇ। ਜਦੋਂ ਤੁਹਾਡਾ ਦੁਸ਼ਮਣ ਬਹੁਤ ਕਮਜ਼ੋਰ ਹੋ ਜਾਂਦਾ ਨਾ, ਹਾਂਜੀ, ਤੇ ਉਹ ਜਾਂਦਾ ਤੁਹਾਡੇ ਨਾਲ ਸਮਝੌਤਾ ਕਰ ਲਵੇ, ਜੀ, ਤੇ ਜੇ ਤਾਂ ਹੋਵੇ ਉਹ ਗੈਰਤ ਵਾਲਾ ਬੰਦਾ, ਹਾਂਜੀ, ਫੇਰ ਤਾਂ ਸਮਝੌਤਾ ਕਰਨ ਦਾ ਮਕਸਦ ਹੁੰਦਾ ਕਿ ਨਹੀਂ ਇਹ ਬਹਾਦਰ ਆ, ਬਹਾਦਰ ਨਾਲ ਦੋਸਤੀ ਪਈ ਹੈ, ਸਾਡਾ ਭਾਰ ਉਤਾਰਾ ਹੋ ਜਾਊਗਾ ਸਾਡਾ। ਪਰ ਜੇ ਅੰਦਰ ਉਹਦੇ ਖੋਟ ਰਲੀ ਹੋਵੇ, ਹਾਂਜੀ, ਹਾਲੇ ਕਿ ਦੁਨੀਆ ਦੇ ਵਿੱਚ 90% ਬੰਦੇ ਖੋਟ ਵਾਲੇ ਹੁੰਦੇ, ਹਾਂਜੀ, ਦੁਸ਼ਮਣ ਦੇ। ਤੇ ਜਦੋਂ ਤੁਹਾਡੇ ਨਾਲ ਫੇਰ ਸਮਝੌਤਾ ਕਰਦਾ ਆ, ਉਹ ਸਮਝੌਤਾ ਇਸ ਲਈ ਕਰ ਰਿਹਾ ਕਿ ਹੁਣ ਉਹ ਕਮਜ਼ੋਰ ਪੈ ਗਿਆ ਆ, ਉਹ ਤਕੜਾ ਹੋ ਲਵੇ, ਤੁਹਾਡੇ ਮੁਕਾਬਲੇ ਦਾ ਹੋ ਲਵੇ, ਤੁਹਾਨੂੰ ਕਦੇ ਫਿਰ ਧੋਖਾ ਦੂਗਾ, ਵਸਾ ਕੇ ਮਾਰੂਗਾ। ਕਮਜ਼ੋਰ ਦੁਸ਼ਮਣ ਹਮੇਸ਼ਾ ਵਸਾ ਕੇ ਮਾਰਦਾ ਆ, ਮਾੜੀ ਬਿਰਤੀ ਵਾਲਾ ਦੁਸ਼ਮਣ ਹਮੇਸ਼ਾ ਵਸਾ ਕੇ ਮਾਰਦਾ। ਇਸ ਕਰਕੇ ਕਿਸੇ ਨੂੰ ਆਪਣਾ ਤਾਂ ਦੁਸ਼ਮਣੀ ਪਾਓ ਨਾ, ਪਰ ਜਦੋਂ ਦੁਸ਼ਮਣੀ ਦੀ ਹੱਦ ਤੱਕ ਪਹੁੰਚ ਗਿਆ ਆ, ਦੇਸ਼ ਧਰਮ ਦੇ ਕੌਮ ਦੀ ਗੱਲ ਆ ਗਈ ਆ, ਪੰਥ ਦੀ ਗੱਲ ਆ ਗਈ, ਉੱਥੇ ਤੱਕ ਪੈ ਗਈ ਆ ਦੁਸ਼ਟਾਂ ਦੇ ਨਾਲ, ਉਹਨਾਂ ਦਾ ਵਸਾ ਨਹੀਂ ਕਰਨਾ। ਜੀ ਜੀ, ਜੇ ਉਹ ਨੇੜੇ ਵੀ ਆਉਂਦੇ ਆ, ਹਾਂਜੀ, ਤੇ ਉਸ ਵਸਾ ਤੋਂ ਥੋੜਾ ਜਿਹਾ ਫਿਰ ਵੀ ਧਿਆਨ ਨਾਲ ਆਪਣਾ ਯਾਨੀ ਕਿ ਬਚਾਅ ਕਰਨਾ ਆ, ਚਤੰਨ ਰਹਿਣਾ ਆ। ਗੁਰੂ ਸਾਹਿਬ ਨੇ ਸਾਨੂੰ ਚਤੰਨ ਰਹਿਣਾ ਸਿਖਾਇਆ। ਆ ਬਲਤਾਨ ਦੇ ਕੇ ਆਪਾਂ ਗੱਲ ਗੁਰੂ ਗੋਬਿੰਦ ਸਿੰਘ ਦੀ ਜੋਤੀ ਜੋ ਸੁਣਾਂਗੇ ਉਦੋਂ ਗੱਲ ਕਰਾਂਗੇ, ਇਹ ਵੀ ਗੱਲ ਉਦੋਂ ਕਰਾਂਗੇ ਫਿਰ ਦੁਬਾਰਾ। ਸੋ ਸਤਿਗੁਰੂ ਨੇ ਫੇਰ ਇਹਨੂੰ ਦੁਹਰਾ ਕੇ ਕਿਹਾ ਕਪੂਰੇ ਨੂੰ ਕਿ ਵਸਾ ਨਹੀਂ ਕਰਨਾ, ਪਰ ਖੰਡਾ ਤੇ ਢਾਲ ਕੋਲ ਰੱਖ, ਲੋੜ ਪਈ ਤੈਨੂੰ ਵਰਤਣਾ ਵੀ ਆ, ਢਾਲ ਨਾਲ ਵਾਰ ਡੱਕਣਾ ਵੀ ਆ, ਖੰਡੇ ਨਾਲ ਵਾਲ ਕਰਨਾ ਵੀ ਆ, ਸਤਿਕਾਰ ਵੀ ਇਹਦਾ ਕਰਨਾ, ਹਥਿਆਰਾਂ ਦਾ। ਤੂੰ ਉਹ ਹਥਿਆਰ ਜਿਨ੍ਹਾਂ ਦਾ ਕਹਿੰਦਾ ਸੀ ਚੌਰਕ ਹੋ ਰਿਹਾ, ਹਾਂਜੀ ਹਾਂਜੀ, ਤੈਨੂੰ ਹਥਿਆਰਾਂ ਦਾ ਸਤਿਕਾਰ ਕਰਨਾ ਇੱਥੋਂ ਸਿੱਖ ਲਾ ਬਸ। ਜੀ ਜੀ, ਬੇਥਿਆਰ ਤੇਰੀ ਇਹ ਦੋਨੇ ਖੰਡਾ ਤੇ ਢਾਲ ਤੇਰੀ ਜਾਨ ਦੀ ਸਲਾਮਤੀ ਆ, ਤੇ ਬੇਫਿਕਰ ਹੋ ਕੇ ਜੀ ਡਰ ਚੱਕਦੇ ਅੰਦਰੋਂ ਸਾਰਾ। ਹਾਂਜੀ, ਜਦ ਤੱਕ ਖੰਡਾ ਤੇ ਢਾਲ ਤੇਰੇ ਕੋਲ ਆ, ਜਦ ਤੱਕ ਤੈਨੂੰ ਵਰਤਣਾ ਜਾਣਦਾ, ਜਦ ਤੂੰ ਕਿਸੇ ਦਾ ਵਸਾ ਨਹੀਂ ਕਰਦਾ, ਉਦੋਂ ਤੱਕ ਜਦ ਤੱਕ ਚਤੰਨ ਰਹਿਣਾ ਆ, ਉਦੋਂ ਤੱਕ ਗੁਰੂ ਤੇਰੇ ਨਾਲ ਆ, ਗੁਰੂ ਨੇ ਬਖਸ਼ਿਸ਼ਾਂ ਤੇਰੇ ਨਾਲ ਆ। ਸਤਿਗੁਰੂ ਨੇ ਤੂੰ ਕਿਲਾ ਨਹੀਂ ਹੁਣ ਮੰਗਿਆ। ਹਾਂਜੀ, ਸੋ ਇਹ ਕਪੂਰਾ ਖੁਸ਼ ਹੋ ਗਿਆ, ਜਿਹਦੇ ਤੇ ਥੋੜੀ ਜਿਹੀ ਰੌਣਕ ਵਾਪਸ ਆ ਗਈ। ਸਤਿਗੁਰੂ ਬੜੇ ਪਿਆਰ ਨਾਲ ਇਹਨੇ ਮੱਥਾ ਟੇਕਿਆ ਆ, ਹਾਂਜੀ, ਆਗਿਆ ਲੈਣ ਲੱਗਾ ਆ, ਤੇ ਇਹਨੇ ਜਿਹੜਾ ਸੂਝਾ ਸੀਗਾ, ਜਿਹੜਾ ਮੁਗਲ ਫੌਜਾਂ ਦੀ ਖਬਰ ਦੇ ਰਿਹਾ ਸੀ ਵਾਰ-ਵਾਰ ਪਿੰਡਾਂ ਦੇ ਲੋਕ, ਜਿਹੜੇ ਸਤਿਗੁਰੂ ਦੇ ਜਿਹੜੇ ਸਤਿਗੁਰੂ ਦੇ ਤੋਂ ਬਾਅਦ ਹੀ ਲੋਕ ਸੀਗੇ, ਇੱਕ ਇੰਤਜ਼ਾਮ ਸੀ ਸਤਿਗੁਰੂ ਦਾ ਆਪਣਾ, ਹਾਂਜੀ, ਤੇ ਸੂਈ ਨੇ ਖਬਰ ਦਿੱਤੀ ਕਿ ਜਿਹੜਾ ਚੜਿਆ ਲਸ਼ਕਰ ਨਾ ਇਸੇ ਪਾਸੇ, ਇਸੇ ਸੇਜ ਤੇਜ਼ੀ ਨਾਲ ਨੂੰ ਆ ਰਿਹਾ, ਠੀਕ ਹੈ, ਯਾਨੀ ਕਿਸੇ ਟਾਈਮ ਵੀ ਹਮਲਾ ਹੋ ਹੋ ਸਕਦਾ ਹੈ। ਜੀ, ਖਬਰ ਸੁਣ ਕੇ ਸਤਿਗੁਰੂ ਨੇ ਜਦੋਂ ਖਬਰ ਸੁਣੀ ਸੂਈ ਦੇ ਕੋਲ, ਤੇ ਕਪੂਰਾ ਹੁਣ ਕੋਲ ਖੜਾ ਸੀਗਾ। ਹਾਂਜੀ, ਸਤਿਗੁਰੂ ਨੇ ਆਖਿਆ, ਕਪੂਰਿਆ ਅਸੀਂ ਮੁਗਲ ਫੌਜਾਂ ਨੂੰ ਨਾ ਮਾਰਨ ਦਾ ਸਬੱਬ ਜਿਹੜਾ ਬਣਾਇਆ ਆ, ਹਾਂਜੀ, ਉਹ ਖਦਰਾਣੇ ਦੀ ਢਾਬ ਤੇ ਬਣਾਇਆ। ਇਹ ਕਹਿ ਚੁੱਕਾ ਸਤਿਗੁਰੂ ਤੁਸੀਂ ਸਮਰੱਥ ਆ, ਤੁਸੀਂ ਕੁਝ ਵੀ ਕਰ ਸਕਦੇ ਆ, ਹਾਂਜੀ, ਵੀ ਤੇਰੇ ਹੁਣ ਕਿਲੇ ਕੁਲੇ ਦੀ ਲੋੜ ਨਹੀਂ। ਹਾਂਜੀ, ਸਤਿਗੁਰੂ ਨੇ ਕਿਹਾ ਅਸੀਂ ਮੁਗਲ ਫੌਜਾਂ ਨੂੰ ਮਾਰਨ ਦਾ, ਉਹਨਾਂ ਨੂੰ ਹਰਾਉਣ ਦਾ, ਉਹਨਾਂ ਨੂੰ ਖਤਮ ਕਰਨ ਦਾ, ਉਹਨਾਂ ਦਾ ਮੂੰਹ ਮੋੜਨ ਦਾ ਜਿਹੜਾ ਅਸੀਂ ਸਬੱਬ ਬਣਾਇਆ ਨਾ, ਉਹ ਖਦਰਾਣੇ ਦੀ ਢਾਬ ਤੇ ਬਣਾਇਆ ਹੈ। ਅਸੀਂ ਸੋਚ ਲਿਆ ਤੇ ਸਾਨੂੰ ਇਦਾਂ ਕਰ ਮੁਗਲ ਫੌਜਾਂ ਨੇੜੇ ਆ ਚੁੱਕੀਆਂ, ਅਸੀਂ ਖਦਰਾਣੇ ਦੀ ਢਾਬ ਤੱਕ ਪਹੁੰਚਣਾ, ਤੇ ਕੋਈ ਤਬਾਰੀ ਬੰਦਾ ਦੇ ਤੂੰ ਨਿਕਲ ਜਾ, ਹਾਂਜੀ, ਕਿ ਤੂੰ ਸਾਡੇ ਨਾਲ ਤੂੰ ਨਿਗਾਹ ਚਾਹੇਂਗਾ, ਤੂੰ ਡਰਦਾ ਤਾਂ ਪਹਿਲਾਂ ਹੀ ਬਹੁਤ ਆ, ਔਰ ਡਰਨ ਵਾਲਾ ਬੰਦਾ ਸਾਡੇ ਨਾਲ ਹੋਊਗਾ ਤੇ ਸਾਡੇ ਸਿੰਘਾਂ 'ਚ ਵੀ ਡਰ ਪੈਦਾ ਕਰੂਗਾ, ਜੀ ਜੀ, ਤੇ ਇਸ ਕਰਕੇ ਤੂੰ ਨਿਕਲ ਜਾ, ਪਰ ਆਪਣਾ ਕੋਈ ਇਤਬਾਰੀ ਬੰਦਾ ਦੇ ਸਾਨੂੰ, ਜਿਹੜਾ ਸਾਨੂੰ ਖਦਰਾਣੇ ਦੀ ਢਾਬ ਦਾ ਛੋਟਾ ਰਸਤਾ ਦੱਸ ਸਕਿਆ। ਆਪਾਂ ਸ਼ਾਰਟਕਟ ਹੋ ਕਹਿੰਦੇ ਹਾਂ, ਹਾਂਜੀ ਹਾਂਜੀ ਹਾਂਜੀ, ਜਿਹੜਾ ਡਾਂਡੇ ਮਿੰਡੇ ਅਸੀਂ ਜਾ ਕੇ, ਤਾਂ ਕਿ ਮੁਗਲ ਫੌਜਾਂ ਨਾਲੋਂ ਪਹਿਲਾਂ ਅਸੀਂ ਖਦਰਾਣੇ ਦੀ ਢਾਬ ਤੇ ਜਾ ਕੇ ਪਹੁੰਚ ਕੇ ਖਦਰਾਣੇ ਦੀ ਢਾਬ ਮੰਨ ਲਈਏ, ਹਾਂਜੀ, ਉੱਥੇ ਤਿਆਰੀ ਕਰੀਏ ਤਾਂ ਕਿ ਆਉਂਦਿਆਂ ਦੀ ਉਹਨਾਂ ਨੂੰ ਮਾਰ ਮਾਰੀ ਜਾ ਸਕੇ। ਠੀਕ ਹੈ, ਸੋ ਸਾਨੂੰ ਕੋਈ ਡਾਂਡੇ ਮਿੰਡੇ ਜਾਣ ਵਾਲਾ ਸਿੱਧਾ ਜਿਹਾ ਰਸਤਾ, ਸ਼ਾਰਟਕਟ ਸ਼ਬਦ ਅੱਜ ਦੇ ਸ਼ਬਦਾਂ 'ਚ, ਹਾਂਜੀ, ਬਈ ਉਹ ਜਿਹੜਾ ਸਾਨੂੰ ਰਸਤਾ ਦੱਸ ਦਿਓ, ਅਸੀਂ ਜਾ ਕੇ ਮੈਦਾਨ ਮੰਨ ਲਈਏ, ਕਿਉਂਕਿ ਖਦਰਾਣੇ ਦੀ ਢਾਬ ਦਾ ਤਰੀਕਾ ਦੱਸ ਸਕਦੇ। ਜੀ ਜੀ, ਚੌਧਰੀ ਕਪੂਰੇ ਨੇ ਨਾਲੇ ਤਾਂ ਆਪ ਕੱਲ ਨਾ ਵਧਾਈ ਲੈ ਲਈ, ਹਾਂਜੀ, ਮੁਗਲ ਨੇੜੇ ਆ ਗਏ, ਹਾਂਜੀ, ਤੇ ਨਾਲ ਹੀ ਆਪਣਾ ਉਹਦਾ ਨੌਕਰ ਸੀ ਖਾਨਾ, ਉਹਦਾ ਨਾਮ, ਹਾਂਜੀ, ਖਾਨੇ ਨੂੰ ਆਖਿਆ, ਖਾਨਿਆ ਤੂੰ ਮੇਰਾ ਦਵਾਰੀ ਆ, ਆਪਣੇ ਨਾਲ 2 ਸਵਾਰ ਹੋਰ ਲੈ ਲਾ, ਹਾਂਜੀ, ਆਵਾਜ਼ ਮਾਰ ਕੇ ਆਖਿਆ ਕਿ ਤੁਸੀਂ ਜਾ ਕੇ ਸਤਿਗੁਰੂ ਨੂੰ ਖਦਰਾਣੇ ਦੀ ਢਾਬ ਦਾ ਰਸਤਾ ਦਿਖਾਓ, ਹਾਂਜੀ, ਰਸਤਾ ਦਿਖਾ ਕੇ ਖਦਰਾਣੇ ਦੀ ਢਾਬ ਦਾ, ਖਦਰਾਣੇ ਦੀ ਢਾਬ ਸਾਹਮਣੇ ਦਿਖਾ ਕੇ ਤੇ ਤੁਸੀਂ ਵਾਪਸ ਮੁੜਨਾ, ਠੀਕ ਹੈ, ਰਹਿਣਾ ਨਹੀਂ ਉੱਥੇ,
ਹਾਂਜੀ ਜੰਗ ਦਾ ਹਿੱਸਾ ਨਹੀਂ ਬਣਨਾ। ਹਾਂਜੀ ਹਾਂਜੀ ਕਿਸੇ ਲੋਕਾਂ ਨੂੰ ਇਹ ਨਾ ਪਤਾ ਲੱਗੇ ਕਿ ਕਪੂਰਾ ਜਿਹੜਾ ਹੈ ਕਪੂਰੇ ਦੇ ਬੰਦੇ ਜਿਹੜੇ ਹਿੱਸਾ ਬਣ ਗਏ। ਹਾਂਜੀ ਸੋ ਤੁਸੀਂ ਛੱਡ ਕੇ ਆ ਜਾਣਾ ਹੈ ਜੀ। ਤੇ ਮਨਾ ਜਨ ਸਤਿਗੁਰੂ ਸੁਨੀਓ ਪਿੰਡ ਤੋਂ ਤੁਰੇ ਆ ਹਾਂਜੀ ਤੇ ਕਪੂਰਾ ਕੋਟਕਪੂਰੇ ਵੱਲ ਨੂੰ ਤੁਰ ਪਿਆ ਆ। ਪਰ ਇੱਥੇ ਮੈਂ ਗਾਂ ਤੋਰਨ ਤੋਂ ਪਹਿਲਾਂ ਇੱਕ ਗੱਲ ਸਾਂਝੀ ਕਰ ਲੈਣਾ ਚਾਹੁੰਦਾ ਕਿ ਸਤਿਗੁਰੂ ਦੇ ਬਚਨ ਜਿਹੜੇ ਸੀਗੇ, ਸਤਿਗੁਰੂ ਦੇ ਬਚਨਾਂ ਦਾ ਕੀ ਬਣਿਆ ਕਪੂਰੇ ਨਾਲ। ਪਹਿਲਾਂ ਸਤਿਗੁਰੂ ਨੇ ਬਚਨ ਕੀਤੇ ਸੀ, ਤੈਨੂੰ ਮੁਗਲੀ ਤੇਰੇ ਮੂੰਹ ਦੇ ਉੱਤੇ ਤੰਬੂਰ ਚੜਾ ਕੇ ਮਾਰਨਗੇ, ਹਾਂਜੀ ਸੂਲੀ ਟੰਗਣਗੇ ਤੈਨੂੰ, ਤੂੰ ਸੂਲੀ ਤੋਂ ਡਰਦਾ, ਤੂੰ ਕਹਿੰਦਾ ਮੁਗਲ ਮੈਨੂੰ ਸੂਲੀ ਚਾੜ ਦੇਣਗੇ, ਹਾਂਜੀ ਤੂੰ ਕਹਿੰਦਾ ਤੇਰਾ ਕਿਲਾ ਨਹੀਂ ਬਚਣਾ, ਕਿਲਾ ਤੇਰਾ ਫੇਰ ਵੀ ਨਹੀਂ ਬਚਣਾ। ਇਹ ਚੀਜ਼ਾਂ ਸਦਾ ਲਈ ਬਚਣੀਆਂ ਹੈ ਨਹੀਂ ਗੀਆਂ, ਉਜਣਗੇ ਨਾਲ ਟੱਬਰ ਨੂੰ ਲਿਆ ਕੇ ਮਰਨਗੀਆਂ ਹੋ ਸਕੋ। ਇਹ ਗੱਲਾਂ ਸਤਿਗੁਰੂ ਨੇ ਕਹੀਆਂ ਤੇ ਮੈਂ ਇਹ ਸਤਿਗੁਰੂ ਦੇ ਬਚਨਾਂ ਦਾ ਕੀ ਬਣਿਆ ਮੈਂ ਇਹ ਗੱਲ ਸਾਂਝੀ ਕਰ ਲੈਣਾ ਚਾਹੁੰਦਾ। ਹਾਂਜੀ ਸਤਿਗੁਰੂ ਜੀ ਇੱਥੋਂ ਚਲ ਗਿਆ ਸੁਨੀਓ ਪਿੰਡ ਤੋਂ, ਸਤਿਗੁਰੂ ਤੁਰ ਪਿਆ ਕੋਟਕਪੂਰੇ ਵਾਲਾ ਕਪੂਰਾ ਜਿਹੜਾ ਪਿੰਡ ਵਾਪਸ ਮੁੜ ਗਿਆ ਹੈਗਾ ਆ ਜੀ। ਇਹ ਸਤਿਗੁਰੂ ਦੀ ਫਿਰ ਢਾਲ ਦਾ ਤੇ ਖੰਡੇ ਦਾ ਵਸਾ ਨਹੀਂ ਖਾਂਦਾ, ਨਾਲ ਰੱਖਦਾ ਆ, ਕਿਤੇ ਜਾਂਦਾ ਆ ਜੀ ਤੇ ਸਾਰੇ ਬੰਨੇ। ਤੇ ਇਹਦੀਆਂ ਜਿਹੜਾ ਕੋਟ ਈਸੇ ਖਾਂ ਵਾਲਾ, ਈਸੇ ਖਾਂ ਸੀਗਾ, ਉਹਦੇ ਨਾਲ ਦੀ ਵੈਰ ਸੀਗਾ, ਨੇੜੇ ਵੱਡਾ ਕਿਲਾ ਉਹਦਾ ਹੀ ਸੀਗਾ, ਹਾਂਜੀ ਉਹਦੇ ਨਾਲ ਵੈਰ ਸੀ, ਝੜਪਾਂ ਹੁੰਦੀਆਂ ਰਹਿੰਦੀਆਂ ਸੀਗੀਆਂ। ਕਪੂਰਾ ਥੋੜਾ ਉਦੋਂ ਤਕੜਾ ਵੀ ਸੀਗਾ, ਫੌਜ ਵੀ ਤਕੜੀ ਸੀਗੀ, ਉਹਨੂੰ ਮਾਰਦੇ ਰਹਿੰਦੇ ਸੀਗੇ। ਤੇ ਉਹਨੇ ਕੋਟ ਈਸੇ ਖਾਂ ਵਾਲੇ, ਈਸੇ ਖਾਂ ਨੇ ਇਹਦੇ ਨਾਲ ਸਮਝੌਤਾ ਕਰ ਲਿਆ। ਠੀਕ ਹੈ। ਸਮਝੌਤਾ ਕਰਕੇ ਇੱਕ ਦੂਜੇ ਦੇ ਆਉਣਾ ਜਾਣਾ ਸ਼ੁਰੂ ਹੋ ਗਿਆ। ਹਾਂਜੀ ਪਰ ਸਤਿਗੁਰੂ ਨੇ ਕਿਹਾ ਸੀ ਵਸਾ ਨਹੀਂ ਖਾਣਾ। ਹਾਂਜੀ ਇਹਨੇ ਉਹਨਾਂ ਦੀਆਂ ਸ਼ਾਦੀਆਂ ਤੇ ਜਾਣਾ ਆਉਣਾ ਸ਼ੁਰੂ ਕਰ ਦਿੱਤਾ, ਇੱਕ ਦੂਜੇ ਦੇ ਪਰ ਚਤੰਨ ਹੋ ਕੇ ਜਾਂਦਾ, ਸਤਿਗੁਰੂ ਦਾ ਬਚਨ ਯਾਦ ਰੱਖਦਾ ਆ। ਪਰ ਜਿੱਦਾਂ ਸਮਾਂ ਆਈ ਜਾਂਦਾ, ਨੇੜਤਾ ਵਧੀ ਜਾਂਦੀ, ਉਦਾਂ ਦਿਮਾਗ ਦੇ ਵਿੱਚੋਂ ਗੱਲ ਨਿਕਲੀ ਜਾਂਦੀ ਵੀ ਮੇਰੀ ਹੁਣ ਦੁਸ਼ਮਣੀ ਨਹੀਂ ਰਹੀ। ਨਹੀਂ ਹਾਂਜੀ। ਏਦਾਂ ਕਰਦਿਆਂ ਸਮਾਂ ਜਿਹੜਾ 1707 ਤੱਕ ਦਾ ਆ ਗਿਆ ਜੀ, ਯਾਨੀ 2.5 ਸਾਲ 3 ਸਾਲ ਨਿਕਲ ਗਏ। ਹਾਂਜੀ ਕੋਟ ਈਸੇ ਖਾਂ ਵਾਲੇ ਈਸੇ ਖਾਂ ਨੇ ਇਹਨਾਂ ਨੂੰ ਕਿਸੇ ਵਿਆਹ ਤੇ ਸੱਦਿਆ, ਹਾਂਜੀ ਆਪਣੀ ਰਿਸ਼ਤੇਦਾਰੀ ਦੇ ਵਿੱਚ। ਉੱਥੇ ਵਿਆਹ ਤੇ ਸੱਦਿਆ, ਉਹਨੇ ਆਪਣੇ ਯੋਧੇ ਵੀ ਉੱਥੇ ਇਕੱਠੇ ਕੀਤੇ, ਸਾਰੇ ਇਹਨਾਂ ਨੂੰ ਕਿਹਾ ਵੀ ਤੁਸੀਂ ਵੀ ਆਇਓ। ਇਹ ਜਦੋਂ ਵਿਆਹ ਤੇ ਜਾਂਦੇ ਹੁੰਦੇ ਉਦਾਂ ਥੋੜੇ ਜਿਹੇ ਬੰਦੇ ਲੈ ਕੇ ਚਲੇ ਗਿਆ ਆ, ਹਾਂਜੀ ਵਸਾ ਕਰ ਲਿਆ। ਜੀ ਜੀ। ਉਹਨਾਂ ਨੇ ਵਿਆਹ ਦੇ ਵਿੱਚ ਪਹਿਲਾਂ ਤਾਂ ਪਾਰਟੀ ਤੇ ਇਹਨੂੰ ਬਿਠਾਇਆ ਆ, ਹਾਂਜੀ ਪਾਰਟੀ ਤੇ ਬਿਠਾ ਕੇ ਇਹਨੂੰ ਬਾਅਦ ਚ ਇਹਨੂੰ ਆਦਤ ਵਾਲੇ ਦੇ ਇੱਕ ਤਰ੍ਹਾਂ ਦਾ ਘੇਰਾ ਵੀ ਪਾਇਆ ਆ। ਇਹਦਾ ਖੰਡਾ ਤੇ ਢਾਲ ਤਲਵਾਰ ਵੀ ਤੋਂ ਪਾਸੇ ਹੋ ਗਈ ਹੁਣ, ਢਾਲ ਖੰਡਾ ਜਿਹੜਾ ਸੀਗਾ ਜੀ। ਤੇ ਉਹਨਾਂ ਨੇ ਇਹਨੂੰ ਫੜ ਕੇ ਫਿਰ ਬੰਨ ਲਿਆ। ਠੀਕ ਹੈ। ਤੇ ਬੰਨ ਕੇ ਗਿਆ ਵੀ ਕਪੂਰਿਆ ਬੜੀ ਵਾਲੀ ਤੂੰ ਬਚ ਗਿਆ, ਈਸੇ ਖਾਂ ਤੇ ਚੜ ਕੇ ਆਇਆ, ਹਾਂਜੀ ਬੜੀ ਵਾਲੀ ਤੂੰ ਬਚਿਆ, ਸਾਡੇ ਕਦੀ ਕਾਬੂ ਨਹੀਂ ਆਇਆ ਸੀ, ਹਾਂਜੀ ਅੱਜ ਤੈਨੂੰ ਅਸੀਂ ਜਾਣ ਨਹੀਂ ਦੇਣਾ ਇੱਥੋਂ। ਇਹ ਬਥੇਰਾ ਇਹਨੇ ਯਤਨ ਕੀਤੇ ਆ ਜੀ ਜੀ, ਆਪਣੇ ਹਥਿਆਰਾਂ ਤੱਕ, ਆਪਣੇ ਬੰਦਿਆਂ ਤੱਕ ਪਹੁੰਚ ਸਕੇ, ਪਰ ਉਹਨਾਂ ਨੂੰ ਫੜ ਕੇ ਬੰਨ ਕੇ ਇਹਦੇ ਗਲ 'ਚ ਰੱਸਾ ਪਾ ਕੇ ਤੈਨੂੰ ਟੰਗ ਦਿੱਤਾ ਤੇ ਉਹ ਤਬੂਰ ਜਾਣੀ ਕਿ ਇਹਦੇ ਮੂੰਹ ਦੇ ਉੱਤੇ ਗੰਦ ਵੀ ਮਲਿਆ। ਠੀਕ ਵੀ ਤੈਨੂੰ ਚੰਗੀ ਮੌਤ ਨਹੀਂ ਮਾਰਨਾ, ਮਾੜੀ ਮੌਤ ਮਾਰਨਾ। ਸੋ ਇਹ ਕਪੂਰਾ ਜਿਹੜਾ ਸੀਗਾ ਗੁਰੂ ਦੇ ਬਚਨਾਂ ਨੂੰ ਭੁੱਲ ਕੇ ਜੀ, ਵਸਾ ਕਰਕੇ, ਹਾਂਜੀ ਆਪਣੇ ਹਥਿਆਰਾਂ ਦਾ ਵੀ ਛੱਡ ਦਿੱਤੇ, ਜਿਹੜੇ ਸਤਿਗੁਰੂ ਦਿੱਤੇ ਉਹ ਵੀ ਹਥਿਆਰ ਛੱਡ ਦਿੱਤੇ ਜੀ, ਔਰ ਵਸਾ ਵੀ ਕੀਤਾ। ਇਹ ਕੋਟ ਈਸੇ ਖਾਂ ਵਾਲੇ ਈਸੇ ਖਾਂ ਦੇ ਹੱਥੋਂ ਕਪੂਰਾ ਮਾਰਿਆ ਗਿਆ। ਇਹ ਗੱਲ ਵੱਖਰੀ ਕਿ ਬਾਅਦ ਇਹਦੇ ਪੁੱਤਰ ਸੁਖੀਏ ਨੇ, ਇਹਦੇ ਪੁੱਤ ਹਮੀਰੇ ਨੇ ਕੋਟ ਈਸੇ ਖਾਂ ਦੇ ਉੱਤੇ ਹਮਲਾ ਵੀ ਕੀਤਾ, ਉਹਨਾਂ ਨੂੰ ਸਜ਼ਾ ਵੀ ਦਿੱਤੀ। ਤੇ ਇਹ ਜਿਹੜਾ ਸੁਖੀਆ ਤੇ ਹਮੀਰਾ ਦਾ ਪੁੱਤ ਤੇ ਪੋਤਾ ਸੀ ਨਾ, ਬਾਕੀ ਪੁੱਤ ਪੁੱਤੇ ਨਹੀਂ, ਸੁਖੀਆ ਤੇ ਹਮੀਰਾ, ਇਹ ਉਦੋਂ ਜਦੋਂ ਗੁਰੂ ਸਾਹਿਬ ਨੂੰ ਕਿਲਾ ਦੇਣ ਤੋਂ ਨਾ ਕੀਤੀ ਸੀ, ਉਦੋਂ ਲੜੇ ਵੀ ਸੀ ਆਪਣੇ ਪਿਓ ਨਾਲ। ਸੁਖੀਆ ਲੜਿਆ ਵੀ ਸੀਗਾ, ਪਰ ਚੱਲਦੀ ਨਹੀਂ, ਬਾਕੀ ਭਰਾ ਹੋਰ ਵੀ ਸੀ ਨਾਲ ਉਹਦੇ। ਉਦੋਂ ਕਹਿੰਦਾ ਸੀਗਾ ਵੀ ਸਤਿਗੁਰੂ ਨੂੰ ਤੂੰ ਕਿਲੇ ਨੂੰ ਨਾ ਨਹੀਂ ਸੀ ਕਰਨੀ, ਸਤਿਗੁਰੂ ਏਡਾ ਬਖਸ਼ਿਸ਼ਮਾਨ ਹੈ, ਸਤਿਗੁਰੂ ਜਾਣੇ ਅਸੀਂ ਸਤਿਗੁਰੂ ਨਾਲ ਖੜੇ ਹੋਣਾ, ਅਸੀਂ ਮੂਲਾਂ ਨਾਲ ਨਹੀਂ ਖੜੇ ਹੋਣਾ। ਤੇ ਹਮੀਰੇ ਨੇ ਵੀ ਇਹਦੇ ਪੋਤੇ ਨੇ ਵੀ ਛੋਟੀ ਉਮਰ ਦਾ ਅੱਲੜ ਉਮਰ ਦਾ ਸੀ, ਉਹਨੇ ਵੀ ਕਿਹਾ ਸੀਗਾ ਅਸੀਂ ਗੁਰੂ ਨਾਲ ਖੜੇ ਹਾਂ। ਤੇ ਸਤਿਗੁਰੂ ਕੋਲ ਜਦੋਂ ਇਹ ਗੱਲ ਪਹੁੰਚੀ ਸੀ ਸੁਖੀਏ ਤੇ ਹਮੀਰੇ ਦੀ, ਤੇ ਸਤਿਗੁਰੂ ਨੇ ਆਖਿਆ ਕੋਈ ਗੱਲ ਨਹੀਂ, ਕਪੂਰਾ ਤਾਂ ਜਿਹੜਾ ਸੀ ਉਹ ਸ਼ਾਇਦ ਪੂਰੀ ਉਮਰ ਨਾ ਭੋਗ ਸਕੇ, ਪਰ ਸੁਖੀਆ ਤੇ ਹਮੀਰਾ ਜ਼ਰੂਰ ਰਾਜ ਕਰਨਗੇ, ਕਿਉਂਕਿ ਉਹਨਾਂ ਸਾਡੇ ਬਚਨਾਂ ਤੇ ਈਮਾਨ ਲਿਆਂਦਾ, ਉਹ ਰਾਜ ਕਰਨਗੇ। ਇਹ ਬਾਅਦ ਚ ਸਤਿਗੁਰੂ ਨੇ ਕਿਹਾ ਤੁਹਾਡਾ ਕਿਲਾ ਵੀ ਚੱਲਦਾ ਲੱਗਣਾ ਹੈ, ਕਿਲਾ ਵੀ ਉੱਡ ਜਾਣਾ, ਟੱਬਰ ਵੀ ਉੱਡੂਗਾ ਨਾਲ ਹੀ, ਪਰ ਸੁਖੀਆ ਤੇ ਹਮੀਰੇ ਨੇ ਇਹਨਾਂ ਲੜਾਈ, ਸਤਿਗੁਰੂ ਨੇ ਸੁਖੀਆ ਤੇ ਹਮੀਰਾ ਬਚੇ ਰਹਿਣਗੇ। ਸੁਖੀਆ ਤੇ ਹਮੀਰਾ ਕੁਦਰਤੀ ਦਾ ਪੁੱਤ ਤੇ ਪੋਤਾ ਉਦੋਂ ਬਾਹਰ ਜਾਣੀ ਕਿ ਸਮਾਂ ਸੀਗਾ, ਉਹ ਵੱਖਰੇ ਹੋ ਗਏ ਸੀਗੇ। ਉਹ ਫਰੀਦਕੋਟ ਦੇ ਬਾਅਦ ਚ ਰਾਜੇ ਵੀ ਬਣੇ, ਫਰੀਦਕੋਟ ਦੀ ਰਾਜ ਜਿਹੜੀ ਸੁਖੀਏ ਤੇ ਹਮੀਰੇ ਦੀ ਸੀ, ਕਪੂਰੇ ਦੇ ਖਾਨਦਾਨ ਦੇ ਵਿੱਚੋਂ ਉਹ ਵੱਖਰੇ ਹੋ ਗਏ। ਤੇ ਇਹਨਾਂ ਦੀ 5ਵੀਂ ਪੀੜ੍ਹੀ, ਹਾਂਜੀ ਜਿਹੜੀ ਕਪੂਰੇ ਦੀ 5ਵੀਂ ਪੀੜ੍ਹੀ ਸੀ ਨਾ, ਉਹਦੇ ਵਿੱਚੋਂ 5ਵੀਂ ਪੀੜ੍ਹੀ ਚ ਜਗਤ ਸਿੰਘ ਹੋਇਆ। ਉਹ ਜਗਤ ਸਿੰਘ ਆਪਣੇ ਪਿਓ ਟੇਕ ਸਿੰਘ ਨਾਲ ਲੜ ਪਿਆ, ਜਿਹੜੀ ਚੌਥੀ ਪੀੜ੍ਹੀ ਸੀ ਕਪੂਰੇ ਦੀ, ਠੀਕ ਹੈ, ਉਹਦੇ ਨਾਲ ਲੜ ਪਿਆ। ਦੂਜੇ ਪੁੱਤਰਾਂ ਚੋਂ ਸੀ, ਸੁਖੀਏ ਤੇ ਹਮੀਰੇ ਚੋਂ ਨਹੀਂ ਸੀ। ਉਹ ਜਦੋਂ ਲੜ ਪਿਆ ਤੇ ਉਹਨੇ ਲੜ ਕੇ ਆਪਣੇ ਘਰ ਨੂੰ ਅੱਗ ਲਾਤੀ। ਹੁਣ ਕਿਲਾ ਸੀਗਾ, ਹਾਂਜੀ ਘਰ ਸੀ, ਤੇ ਉਦੋਂ ਤੱਕ ਅੱਜ 5ਵੀਂ ਪੀੜ੍ਹੀ ਸੀਗੀ, ਆਪਣੀ ਰਿਆਸਤਾਂ ਵਾਂਗੂ ਰਿਆਸਤ ਕਾਇਮ ਸੀਗੀ, ਅੰਦਰ ਬਰੂਦ ਰੱਖਿਆ ਜੀ ਕੁੱਪਿਆਂ 'ਚ ਪਾ ਕੇ, ਲੋੜ ਪਈ ਤੇ ਵਰਤਨ ਦੇ ਲਈ, ਕਿਲੇ ਦੀ ਰਖਵਾਲੀ ਦੇ ਲਈ, ਸਾਰਾ ਕੁਝ।
ਉਹ ਘਰ ਨੂੰ ਉਹਨੇ ਅੱਗ ਲਾਤੀ ਗੁੱਸੇ ਚ ਆ ਕੇ। ਜਗਤ ਸਿੰਘ ਨੇ ਆਪਣੇ ਪਿਓ ਟੇਕ ਸਿੰਘ ਨਾਲ ਲੜ ਕੇ, ਹਾਂਜੀ ਲੈ ਤੂੰ ਕਹਿੰਦਾ ਮੈਨੂੰ ਘਰੋਂ ਕੱਢਣਾ, ਤੇ ਲੈ ਤੇਰੇ ਘਰ ਹੀ ਨਹੀਂ ਘਰ ਸਾੜ ਰਹਿਣਾ। ਦੇਣਾ, ਹਾਂਜੀ ਤੇ ਉਹ ਅੱਗ ਜਿਹੜੀ ਸੀ ਰੁਕੀ ਨਹੀਂ, ਅੱਗ ਬਰੂਦ ਦੇ ਕੁੱਪਿਆਂ ਨੂੰ ਪੈ ਗਈ। ਲੜਦੇ ਲੜਦੇ ਪਿਓ ਪੁੱਤ ਲੜਦੇ ਰਹੇ, ਅੱਗ ਬੁਝਾਉਣ ਵਾਲੇ ਨਾਲ ਧਿਆਨ ਦਿੱਤਾ ਤੇ ਅੱਗ ਬਰੂਦ ਦੇ ਕੁੱਪਿਆਂ ਨੂੰ ਪਈ ਤੇ ਬਰੂਦ ਦੇ ਕੁੱਪੇ ਫਟ ਗਏ। ਹਾਂਜੀ ਤੇ ਨਾਲ ਹੀ ਬਰੂਦ ਦੇ ਕੁੱਪੇ ਜਦੋਂ ਇੱਕ ਕੁੱਪੇ ਤੋਂ ਦੂਜੇ ਕੁੱਪੇ ਨੂੰ ਫਟਣੇ ਸ਼ੁਰੂ ਹੋਏ, ਹਾਂਜੀ ਤੇ ਨਾਲ ਹੀ ਕਿਲੇ ਦੇ ਵਿੱਚ ਕਿਲਾ ਵੀ ਉੱਡਣਾ ਸ਼ੁਰੂ ਹੋ ਗਿਆ। ਹਾਂਜੀ। ਬਰੂਦ ਸੀਗਾ ਤੇ ਨਾਲ ਹੀ ਟੱਬਰ ਉੱਡ ਗਿਆ। ਫਿਰ ਟੇਕ ਸਿੰਘ ਵਾਲਾ, ਜਗਤ ਸਿੰਘ ਵਾਲਾ, ਇਹਦਾ ਟੱਬਰ ਉੱਡ ਗਿਆ। ਤੇ ਬਚੇ ਕੌਣ? ਸੁਖੀਆ ਤੇ ਹਬੀਲੇ ਵਾਲਾ ਜਿਹੜਾ ਪੁੱਤਰ ਸੀ, ਉਹ ਪਰਿਵਾਰ ਜਿਹੜਾ ਸੀ ਫਰੀਦਕੋਟ ਦੀ ਦਾਸਤਾ ਮਾਲਕ ਬਣਾਇਆ ਵੱਖਰੇ ਹੋ ਕੇ, ਉਹ ਬਚਿਆ। ਸੋ ਸਤਿਗੁਰੂ ਦੇ ਬਚਨ ਜਿਹੜੇ ਆ ਉਹ ਕਪੂਰੇ ਤੇ ਵੀ ਸੱਚ ਹੋਏ, ਉਹਦੇ ਕਿਲੇ ਤੇ ਵੀ ਸੱਚ ਹੋਏ। ਸਤਿਗੁਰੂ ਦੇ ਸਹਿਜ ਕਹੇ ਹੋਏ ਬਚਨ ਵੀ ਸੱਚ ਹੁੰਦੇ ਆ। ਮਹਾਂਪੁਰਖਾਂ ਦੇ ਸਹਿਜ ਕਹੇ ਬਚਨ ਵੀ ਸੱਚ ਹੁੰਦੇ ਆ। ਸਤਿਗੁਰੂ ਦੇ ਬਚਨ ਸੱਚ ਹੁੰਦੇ ਆ। ਸਾਧ ਬਚਨ ਅਟਲਾਦਾ। ਮੈਂ ਸਮਾਂ ਬਿਲਕੁਲ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਸਾਡੀ ਸੋਚ ਇਦਾਂ ਦੀ ਹੋਣੀ ਚਾਹੀਦੀ ਹੈ ਕਿ ਜੋ ਗੁਰੂ ਨੇ ਕਿਹਾ ਉਹਨੂੰ ਅਸੀਂ ਸੱਤ ਕਰ ਮੰਨੀਏ, ਤੇ ਫੇਰ ਹੀ ਬਿਲਕੁਲ ਜੀ ਜਿਹੜੀ ਹੈ ਖੁਸ਼ੀਆਂ ਮਿਲਦੀਆਂ ਸਤਿਗੁਰੂ ਦੀਆਂ। ਪ੍ਰੋਗਰਾਮ ਕਰਦੇ ਅਗਰ ਸਾਡੇ ਕੋਲ ਗਲਤੀ ਹੋ ਗਈ, ਦੋਵੇਂ ਹੱਥ ਜੋੜ ਕੇ ਅਸੀਂ ਤੁਹਾਡੇ ਕੋਲੋਂ ਮਾਫੀ ਮੰਗਦੇ ਹਾਂ। ਤੇ ਅਗਲੇ ਐਪੀਸੋਡ ਵਿੱਚ ਆਪ ਜੀ ਨਾਲ ਫੇਰ ਮੁਲਾਕਾਤ ਹੋਵੇਗੀ ਕਿ ਇਸ ਤੋਂ ਬਾਅਦ ਸਤਿਗੁਰੂ ਜੀ ਕਿਹੜੇ ਪਾਸੇ ਗਏ, ਸੁਨਿਆਰ ਦੇ ਮੁਕਾਮ ਕਰਨ ਤੋਂ ਬਾਅਦ ਸਤਿਗੁਰੂ ਜੀ ਕਿਹੜੇ ਪਾਸੇ ਵੱਲ ਗਏ ਤੇ ਕੀ ਹਾਲਾਤ ਬਣੇ, ਆਪ ਜੀ ਨਾਲ ਅਗਲੇ ਐਪੀਸੋਡ ਵਿੱਚ ਸਾਂਝੇ ਕੀਤੇ ਜਾਣਗੇ। ਪ੍ਰੋਗਰਾਮ ਹੋਈਆਂ ਦੀ ਗਲਤੀ ਮਾਫੀ ਮੰਗਦੇ ਆ, ਫਤਿਹ ਬੁਲਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। देशवा पर मोहे है, शुभ कर्मन ते कभू न डरूं। न डरूं और सोच अब जाए लड़ूं, निश्चय कर अपनी जीत करूं।